पंजाब मेल टीवी USA देख रहे सारे दर्शकों का मेरे वालों तेजपाल सिंह मनिहास वालों स्वागत है। लैके हाज़र हाँ प्रोग्राम खबर जंक्शन। गल्लां बातां उही ने, डटे हुए ने किसान मोर्चों ते। होर भी कुछ एक दो गल्लां हैगियां। नवां पार्लीमेंट हाउस भी कहते बनाउणा असीं, सो उन्हां गल्लां बारे भी थोड़ी थोड़ी असीं गल करांगे। कुछ BJP दे जिहड़े नेता हैगे ने वो तरह तरह के बयान भी दे रहे आ, उन्हां बारे भी थोड़ा जिहा गलबात की जाऊगी। तो गलबात साडे नाल करनगे सरदार नरिंदर सिंह सत्ती साहब। आए बैठे उन्होंने जी आया कहीए। सत्ती साहब जी आया नूं सत श्री अकाल जी। सत श्री अकाल जी। सत्ती साहब, सुखविंदर अमृत का ही एक शेर होर है जी, कहती है, दीवे भी जगदे रहणगे, तारे भी चढ़ते रहणगे, साजिश हनेरे करनगे, चानण भी लड़ते रहणगे। किवें देखते हो इस शेर नूं ते अजोकी स्थिति नूं? ਜਿਹੜੀ ਮੌਜੂਦਾ ਹਾਲਾਤ ਨੇ ਨਾ ਜਿਹੜੇ जी ਉਹ ਇਦਾਂ ਹੀ ਲੱਗਦਾ ਵੀ ਹਨੇਰੇ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਦੇ ਖਿਲਾਫ ਚਾਨਣ ਉੱਠ ਕੇ ਖੜਾ ਹੋਇਆ। जी ਅੱਜ ਟੀਵੀ ਤੇ ਇੱਕ ਇੰਟਰਵਿਊ ਆ ਰਹੀ ਸੀ ਛੋਟੀ ਜੀ ਕਿਸੇ ਚੈਨਲ ਤੇ जी ਵੀ ਇੱਕ ਯੋਗੀ ਸਵਾਮੀ ਜੀ ਉੱਥੇ ਬੈਠੇ ਨੇ ਕੋਈ, जी ਉਹਨਾਂ ਦਾ ਨਾਂ ਨਹੀਂ ਸੀ ਆ ਰਿਹਾ ਸਕਰੀਨ ਤੇ, ਪਰ ਉਹ ਜਿਹੜੀਆਂ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਵੀ ਪੰਜਾਬ ਅੱਜ ਦੇਸ਼ ਸਾਰਾ ਪੰਜਾਬ ਦੇ ਮਗਰ ਲੱਗਿਆ बिल्कुल ਤੇ ਪੰਜਾਬ ਨੇ ਪੂਰੇ ਮੁਲਕ ਦੇ ਲੋਕਾਂ ਨੂੰ ਦੱਬਿਆਂ ਕੁਚਲਿਆਂ ਨੂੰ ਵੀ, ਕਿਰਤੀ ਵਰਗ ਨੂੰ ਵੀ, ਨਿਮਨ ਵਰਗ ਨੂੰ ਵੀ ਰਾਤ ਖਾ ਲਿਆ ਜੀ। ਤੇ ਐਦਾਂ ਸੰਘਰਸ਼ ਕੀਤਾ ਜਾਂਦਾ। ਤੇ ਉਹ ਕਹਿੰਦੇ ਇਹ ਕੋਈ ਨਵੀਂ ਗੱਲ ਨਹੀਂ, ਪੰਜਾਬ ਇਹ ਕੁਛ ਕਰ ਰਿਹਾ। जी ਇਹ ਮੁੱਢ ਕਦੀਮ ਤੋਂ ਜਰਵਾਣੇ, ਚਾਹੇ ਉਹ ਮੁਗਲ ਹੋਣ, ਚਾਹੇ ਉਹ ਮੰਗੋਲ ਹੋਣ, ਚਾਹੇ ਉਹ ਅੰਗਰੇਜ਼ ਹੋਣ, ਉਹ ਪੰਜਾਬ ਹੀ ਅੱਗੇ ਲੱਗ ਕੇ ਦੇਸ਼ ਦੀ ਰਹਿਨੁਮਾਈ ਕਰਦਾ ਰਿਹਾ। बिल्कुल ਪਈ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਉਹ ਕਹਿ ਰਹੇ ਸੀ ਪੰਜਾਬ ਦੀਆਂ ਹਨ, ਜੀ। ਇਹ 'ਚ ਕੋਈ ਸ਼ੱਕ ਨਹੀਂ। ਫਾਂਸੀ ਲੱਗਣ ਵਾਲੇ, ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਾਲੇ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਹਾਂ। ਸੋ ਅੱਜ ਸਥਿਤੀ ਇਹ ਆ ਪਈ ਦੇਸ਼ ਦਾ ਅੰਨਦਾਤਾ ਜਿਹੜਾ ਆ ਉਹ ਇੰਨੇ ਚਿਰ ਤੋਂ ਸੰਘਰਸ਼ ਕਰ ਰਿਹਾ। जी 26 ਨਵੰਬਰ ਤੋਂ ਦਿੱਲੀ ਦੇ ਬਾਰਡਰ ਵੀ ਮੱਲੀ ਬੈਠਾ ਤੇ ਸਰਕਾਰ ਅਜੇ ਵੀ ਜਿਹੜੇ ਉਹ ਕਾਲੇ ਖੇਤੀ ਕਾਨੂੰਨ ਨੇ ਉਹਨਾਂ ਦੇ ਠੀਕ ਹੋਣ ਦੀ ਦੁਹਾਈ ਪਾ ਰਹੀ ਆ। बिल्कुल ਅੱਜ ਸਾਰੇ ਕਿਸਾਨ ਆਗੂ ਇੱਕ ਦਿਨ ਦੀ ਸੰਖੇਤਕ ਭੁੱਖ ਹੜਤਾਲ 'ਤੇ ਨੇ। बिल्कुल ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ DC ਦਫ਼ਤਰਾਂ ਦਾ ਘਿਰਾਓ ਚੱਲ ਰਿਹਾ। ਘਿਰਾਓ ਚੱਲ ਰਿਹਾ, ਮੈਮੋਰੈਂਡਮ ਦਿੱਤੇ ਜਾ ਰਹੇ ਆ। ਉਧਰੋਂ ਜੈਪੁਰ ਦਿੱਲੀ ਹਾਈਵੇ ਜਿਹੜਾ ਆ NH8 ਠੀਕ ਹੈ, ਨੈਸ਼ਨਲ ਹਾਈਵੇ ਨੰਬਰ 8 जी ਉਹ ਕਿਸਾਨਾਂ ਨੇ ਆ ਰਹੇ ਸੀ ਤੇ ਗਾਜੀਪੁਰ ਉਹਨਾਂ ਨੂੰ ਰੋਕ ਲਿਆ ਗਿਆ, ਉੱਥੇ ਧਰਨਾ ਮਾਰ ਕੇ ਬੈਠੇ ਆ। ਇਸੇ ਤਰ੍ਹਾਂ ਰਵਾੜੀ ਹਾਂ। ਤਾਂ ਜਿਹੜਾ ਵੱਖ-ਵੱਖ ਪਾਸਿਆਂ ਤੋਂ ਦੇਸ਼ ਦੇ ਹੋਰ ਹਿੱਸਿਆਂ ਤੋਂ ਲੋਕ ਜਿਹੜੇ ਆ ਉਹ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਆ। जी ਟਿਕਰੀ ਬਾਰਡਰ ਹੋਇਆ, ਕੁੰਡਲੀ ਹੋਇਆ, ਔਰ ਖਾਸ ਕਰਕੇ ਗਾਜ਼ੀਪੁਰ ਹੋਇਆ ਤੇ ਸਿੰਘੂ ਬਾਰਡਰ। जी ਸਿੰਘੂ ਬਾਰਡਰ ਇਸ ਵੇਲੇ ਦੇਸ਼ ਦੇ ਲੋਕਾਂ ਦੇ ਕਿਰਤੀਆਂ ਦੇ ਸੰਘਰਸ਼ ਦਾ ਪ੍ਰਤੀਕ ਬਣ ਚੁੱਕਿਆ। जी 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 ਕੱਲ ਕੋਈ ਗੱਲ ਕਰ ਰਿਹਾ ਸੀ, ਕਹਿੰਦੇ ਸਿੰਘੂ ਬਾਰਡਰ ਹੁਣ ਸਿੰਘੂ ਬਾਰਡਰ ਨਹੀਂ, ਇਹ ਸਿੰਘ ਬਾਰਡਰ ਬਣ ਚੁੱਕਾ। ਜੀ। ਤੇ ਸਿੰਘਾਂ ਨੇ ਇੱਥੇ ਬਾਰਡਰ ਬਣਾ ਦਿੱਤਾ ਵੀ ਹੁਣ ਇੱਥੋਂ ਅਸੀਂ ਅੱਗੇ ਨਹੀਂ ਆਉਣਾ, ਅਸੀਂ ਹੁਣ ਤੁਹਾਡਾ ਦਾਣਾ ਪਾਣੀ ਇੱਥੇ ਹੀ ਬੰਦ ਕਰਾਂਗੇ। ਤੇ ਤੇਜਪਾਲ ਜੀ ਇਹ ਵੀ ਮੈਂ ਕਹਿਣਾ ਚਾਹੁੰਦਾ ਵੀ ਭਾਜਪਾ ਨੇ ਇਸ ਵੇਲੇ ਜਿਹੜਾ ਕੂੜ ਪ੍ਰਚਾਰ ਆ ਜੀ ਉਹਦੇ ਤੇ ਪੂਰਾ ਜ਼ੋਰ ਦਿੱਤਾ ਹੋਇਆ। ਬਿਲਕੁਲ IT ਸੈੱਲ ਸਰਗਰਮ ਆ, ਜੀ ਅਖਬਾਰਾਂ ਵਿੱਚ ਪੂਰੇ ਸਫ਼ੇ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਆ, ਜੀ ਟੈਲੀਫੋਨ ਸੁਨੇਹੇ ਜਿਹੜੇ ਆ ਉਹ ਭੇਜੇ ਜਾ ਰਹੇ ਆ। ਜੀ ਤੁਸੀਂ ਦੇਖੋ ਇੰਡੀਅਨ ਰੇਲਵੇ ਜਿਹੜਾ ਕੇਟਰਿੰਗ ਸਰਵਿਸਿਜ਼ ਵਾਲੇ ਆ ਉਹ ਇੱਕ ਸਰਕਾਰੀ ਅਦਾਰਾ ਆ। ਬਿਲਕੁਲ ਉਹ ਲੋਕਾਂ ਨੂੰ ਸੰਦੇਸ਼ ਭੇਜ ਰਿਹਾ ਵੀ ਖੇਤੀ ਕਾਨੂੰਨ ਜਿਹੜੇ ਆ ਉਹ ਦੇਸ਼ ਦੇ ਹੱਕ ਵਿੱਚ ਆ, ਕਿਸਾਨਾਂ ਦੇ ਹੱਕ ਵਿੱਚ ਆ। ਫਿਰ ਉਹੀ ਗੱਲ ਭਈ ਜਿਨ੍ਹਾਂ ਦੇ ਹੱਕ ਵਿੱਚ ਆ, ਜਿਨ੍ਹਾਂ ਦਾ ਫਾਇਦਾ ਕਰਨਾ, ਉਹ ਕਹਿੰਦੇ ਸਾਨੂੰ ਇਸ ਫਾਇਦੇ ਦੀ ਲੋੜ ਨਹੀਂ। ਜਿਹੜੇ ਇਹਨਾਂ ਦੇ ਜਿਹੜਾ ਭਾਜਪਾ ਸ਼ਾਸਿਤ ਪ੍ਰਦੇਸ਼ ਨੇ ਉਹ ਕਹਿੰਦੇ ਪਹਿਲਾਂ ਉੱਥੇ ਲਾਗੂ ਕਰੋ। ਬਿਹਾਰ ਵਾਲੇ ਤਾਂ ਜਿਹੜੇ ਆ ਉੱਥੇ ਭੁੱਖੇ ਮਰਦੇ ਆ, ਜਿਹੜਾ ਉੱਥੇ 10 ਖੇਤਾਂ ਦਾ ਮਾਲਕ ਆ ਉਹ ਪੰਜਾਬ 'ਚ 2 ਖੇਤਾਂ ਵਾਲਿਆਂ ਦੇ ਆਣ ਕੇ ਦਿਹਾੜੀਆਂ ਕਰਦਾ ਵਿਚਾਰਾ। ਜੀ ਜੀ ਸੋ ਉਹ ਕਿਰਤੀ ਜਿਹੜੇ ਆ ਜਿਹੜੇ ਹੋਰ ਦੇਸ਼ ਦੇ ਖਿੱਤਿਆਂ ਵਿੱਚ ਆ, ਪਹਿਲਾਂ ਭਾਜਪਾ ਉਹਨਾਂ ਤੇ ਇਹ ਸਾਰਾ ਕੁਝ ਅਜਮਾਵੇ। ਜੀ ਸੱਤੀ ਸਾਹਿਬ, ਇਦਾਂ ਨਹੀਂ ਲੱਗਦਾ ਜਿੱਦਾਂ ਉਹ 3 ਠੱਗਾਂ ਵਾਲੀ ਕਹਾਣੀ ਹੈ ਜੀ ਵੀ ਉਹ ਕੋਈ ਘੋੜਾ ਲੈ ਕੇ ਜਾ ਰਿਹਾ ਸੀਗਾ ਤੇ ਉਹ ਪਹਿਲਾ ਠੱਗ ਮਿਲਦਾ, ਕਹਿੰਦੇ ਇਹਦੇ ਕੋਲ ਘੋੜਾ ਖੋਣਾ, ਪਹਿਲਾ ਠੱਗ ਮਿਲਦਾ ਉਹਨੂੰ ਕਹਿੰਦਾ ਇਹ ਕੁੱਤਾ ਕਿੱਥੇ ਲੈ ਕੇ ਚੱਲਿਆ, ਫਿਰ ਦੂਜਾ ਠੱਗ ਮਿਲਦਾ ਉਹ ਕਹਿੰਦਾ ਇਹ ਕੁੱਤਾ ਕਿੱਥੇ ਲੈ ਕੇ ਚੱਲਿਆ, ਤੀਸਰਾ ਕਹਿੰਦਾ ਕੁੱਤਾ ਲੈ ਕੇ ਕਿੱਥੇ ਚੱਲਿਆ ਤੇ ਉਹਨੂੰ ਲੱਗਾ ਇਹ ਕੁੱਤਾ ਹੀ ਆ, ਉਹਨਾਂ ਨੂੰ ਦੇ ਦਿੰਦਾ। ਪਰ ਨਹੀਂ,
ਇਹ ਲੋਕ ਪੜ੍ਹੇ ਲਿਖੇ ਲੋਕਾਂ ਨਾਲ ਤੁਹਾਡਾ ਸਰਕਾਰ ਨੂੰ ਇੰਨਾ ਸਮਝਣਾ ਚਾਹੀਦਾ ਵਾਹ ਪਿਆ, ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਆ। ਠੀਕ ਹੈ, ਉਹ ਅਸਲ 'ਚ ਇਸ ਤਰ੍ਹਾਂ ਦਾ ਭਰਮ ਪੈਦਾ ਕੀਤਾ ਜਾ ਰਿਹਾ ਜੀ। ਸੋ ਭਰਮ ਪੈਦਾ ਕਰਨ ਲਈ ਭਾਜਪਾ ਜਿਹੜੀ ਆ ਉਹ ਪਹਿਲਾਂ ਤੋਂ ਮਸ਼ਹੂਰ ਹੈ। ਸੋ ਇਸ ਕਰਕੇ ਹੁਣ ਜਿਵੇਂ ਤੁਸੀਂ ਦੇਖੋ ਵੀ ਕਿੱਦਾਂ ਦੇ ਭਰਮ ਪੈਦਾ ਕਰਦੇ ਆ। ਕੋਈ ਦਿੱਲੀ ਦੀ ਔਰਤ ਕਹਿ ਰਹੀ ਆ ਵੀ ਕੋਈ ਗੱਲ ਨਹੀਂ, ਜੇ ਦੁੱਧ ਦੀ ਸਪਲਾਈ ਨਾ ਆਵੇ ਅਸੀਂ ਪੈਕਟਾਂ ਵਾਲਾ ਲੈ ਲਵਾਂਗੇ। ਉਹ ਸਾਡੇ ਮਜ਼ਾਹੀਆ ਕਲਾਕਾਰ ਨੇ ਔਰ ਫਿਲਮਾਂ 'ਚ ਅਦਾਕਾਰੀ ਕਰਦੇ ਆ ਗੁਰਪ੍ਰੀਤ ਘੁੱਗੀ ਹੋਰੀ, ਪੜ੍ਹਿਆ ਲਿਖਿਆ ਮੁੰਡਾ ਕਹਿ ਲਓ, ਹਾਲੇ ਉਹ ਮੁੰਡਾ ਹੀ ਹੈ। ਗੁਰਪ੍ਰੀਤ ਘੁੱਗੀ ਕਹਿੰਦਾ ਵੀ ਬੇਬੇ ਤੈਨੂੰ ਇਹ ਨਹੀਂ ਪਤਾ ਵੀ ਪੈਕਟਾਂ ਵਿੱਚ ਵੀ ਉਹ ਤਾਂ ਹੀ ਆਊਗਾ ਜਦੋਂ ਕੋਈ ਮੱਝਾਂ ਨੂੰ ਪੱਠੇ ਪਾਊਗਾ, ਕੋਈ ਦੁੱਧ ਚੋਊਗਾ ਤੇ ਫਿਰ ਕਿਤੇ ਸਪਲਾਈ ਜਾਊਗੀ, ਫਿਰ ਉਹ ਪੈਕ ਹੋ ਕੇ ਤੁਹਾਡੇ ਕੋਲ ਆਊਗਾ ਜੀ। ਸੋ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ, ਬਹੁਤੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਗੰਨੇ ਜਿਹੜੇ ਆ ਉਹ ਧਰਤੀ 'ਚ ਪੈਦਾ ਹੁੰਦੇ ਆ ਜਾਂ ਉਹ ਲੰਬੇ ਪਏ ਹੁੰਦੇ ਜਾਂ ਖੜਵੇਂ ਹੁੰਦੇ ਆ। ਠੀਕ ਹੈ, ਸੋ ਉਹਨਾਂ ਨੂੰ ਤਾਂ ਜੋ ਕੁਛ ਉਹਨਾਂ ਦੇ ਖਾਣੇ ਦੀ ਪਲੇਟ 'ਚ ਆਉਂਦਾ ਨਾ, ਉਹਦੇ ਮਗਰ ਕਿੰਨੀ ਮਿਹਨਤ ਹੁੰਦੀ ਆ, ਕਿੱਦਾਂ ਇੱਕ ਜਿਹੜਾ ਕਿਰਤੀ ਆ ਉਹ ਮਿੱਟੀ ਨਾਲ ਮਿੱਟੀ ਹੁੰਦਾ, ਇਹਦਾ ਆਮ ਲੋਕਾਂ ਨੂੰ ਵੈਸੇ ਨਹੀਂ ਪਤਾ। ਭਰਮ ਭੁਲੇਖਿਆਂ ਦੀ ਤੁਸੀਂ ਗੱਲ ਕੀਤੀ ਆ, ਭੁਲੇਖੇ ਪਾਉਣਾ ਇਸ ਸਰਕਾਰ ਦੀ ਸ਼ਾਇਦ ਆਦਤ ਬਣ ਚੁੱਕੀ ਆ। CA NRC ਵੇਲੇ ਵੀ ਬਹੁਤ ਭੁਲੇਖੇ ਪਾਏ, ਉਹਦੇ ਬਾਰੇ ਆਪਾਂ ਥੋੜ੍ਹੀ ਦੇਰ ਅਟਕ ਕੇ ਗੱਲ ਕਰਦੇ ਹਾਂ ਕਿਉਂਕਿ ਉਹਨੂੰ ਵੀ ਅੱਜ 1 ਸਾਲ ਹੋ ਗਿਆ। ਇਸ ਅੰਦੋਲਨ ਦੇ ਵਿੱਚ ਭੁਲੇਖੇ ਪਾਉਣ ਨੂੰ ਇਹ ਸਰਕਾਰ ਆਪਣੇ ਲੈਵਲ ਤੇ ਕਿਸਾਨ ਖੜੇ ਕਰ ਰਹੀ ਆ ਜੀ, ਜਿਹੜੇ ਕਿਸਾਨਾਂ ਦੇ ਨਾਲ ਇੱਕ ਜੋ ਦੇਖਣ 'ਚ ਆ ਰਿਹਾ ਵੀ ਉਹ ਇੱਕ ਨਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ 'ਚ ਆ ਵੀ ਕਿਸਾਨ ਇਹਦੇ ਹੱਕ 'ਚ ਆ। ਕਦੇ ਤੇ ਉਹ ਕਿਸਾਨ ਉੱਤਰਾਖੰਡ ਤੋਂ 20 ਦਾ ਜੱਥਾ ਆ ਜਾਂਦਾ, ਕਦੇ ਉਹ ਕਿਸਾਨ ਕਿਸੇ ਹੋਰ ਯੂਪੀ 'ਚੋਂ ਆ ਜਾਂਦੇ ਆ, ਤੇ ਅੱਜ ਉਹ ਹਰਿਆਣੇ 'ਚੋਂ ਆਏ ਹੋਏ ਆ, ਤੇ ਉਹਦੇ 'ਚ ਕਹਿੰਦੇ ਇੱਕ ਸਾਬਕਾ MLA ਨਹੀਂ ਮਾਰਿਆ ਹੋਇਆ। ਤੇ ਹਰਿਆਣੇ ਦੀਆਂ ਇੰਨੀਆਂ ਖਾਪ ਪੰਚਾਇਤਾਂ ਜਿਹੜੀਆਂ ਉਹ ਹਮਾਇਤ ਦੇ ਚੁੱਕੀ। ਹਰਿਆਣੇ ਦੇ ਆਮ ਲੋਕ ਉੱਥੇ ਸਿੰਘੂ ਬਾਰਡਰ ਤੇ ਉਹਨਾਂ ਲਈ ਅੰਨ ਪਾਣੀ ਲੈ ਕੇ ਜਾ ਰਹੇ ਆ, ਜਿਨ੍ਹਾਂ ਦਾ ਖੇਤੀ ਨਾਲ ਵੀ ਕਈਆਂ ਦਾ ਕੋਈ ਸਰੋਕਾਰ ਨਹੀਂ, ਉਹ ਲੋਕ ਰਸਦ ਜਿਹੜੀ ਆ ਉੱਥੇ ਪਹੁੰਚਾ ਰਹੇ ਆ ਕਿਸਾਨਾਂ ਨੂੰ। ਸੋ ਇਹ ਸਾਰਾ ਭਰਮ ਪੈਦਾ ਕਰਨ ਲਈ ਪਈ। ਹੁਣ ਅੱਜ ਤਾਜ਼ਾ ਇੱਕ ਬਿਆਨ ਆਇਆ, JP ਨੱਡਾ ਸਾਹਿਬ ਤਾਂ ਸੁੱਖ ਨਾਲ ਬਿਮਾਰ ਹੋ ਗਿਆ, ਕਹਿੰਦੇ ਕਰੋਨਾ ਹੋ ਗਿਆ ਉੱਥੋਂ ਦੌਰੇ ਤੋਂ ਪਿੱਛੋਂ, ਪੱਛਮੀ ਬੰਗਾਲ ਦੇ ਦੌਰੇ ਪਿੱਛੋਂ। ਤਾਂ ਹੁਣ ਉਹ ਕਿਉਂਕਿ ਕਿਸੇ ਨਾ ਕਿਸੇ ਨੇ ਤਾਂ ਇਹਨਾਂ ਦਾ ਜਿਹੜਾ ਧੁੱਤੂ ਵਜਾਉਣਾ ਹੁੰਦਾ, ਸੋ ਹੁਣ ਅਰਨ ਸਿੰਘ ਹੋਰੀ ਜਿਹੜੇ ਜਨਰਲ ਸਕੱਤਰ ਆ ਉਹ ਕਹਿ ਰਹੇ ਆ ਵੀ ਉੱਥੇ ਕਿਸਾਨ ਹੀ ਹੈ ਨਹੀਂ, ਉਹ ਤਾਂ 1% ਲੋਕ ਆ ਜੀ। ਅੱਛਾ, ਇਹਦੇ ਬਾਰੇ 'ਚ ਇੱਕ ਗੱਲ ਹੋਰ ਆਪਾਂ ਕਰਦੇ ਹਾਂ। ਕੱਲ੍ਹ ਪਿਊਸ਼ ਗੋਇਲ ਸਾਹਿਬ, ਤੁਸੀਂ ਕਿਸਾਨਾਂ ਨਾਲ ਇੱਕ ਪਾਸੇ ਤਾਂ ਮੀਟਿੰਗ ਕਰ ਰਹੇ ਆ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਹ ਕਿਸਾਨ ਨਹੀਂ, ਇਹਨਾਂ ਦੇ ਵਿੱਚ ਅੱਤਵਾਦੀ, ਮਾਓਵਾਦੀ, ਹੋਰ ਪਤਾ ਨਹੀਂ ਕਿਹੜੇ ਕਿਹੜੇ ਵਾਦੀ ਇਹਨਾਂ 'ਚ ਪਏ ਹੋਏ ਆ। ਇਹਦਾ ਮਤਲਬ ਹੈ ਤੁਹਾਡੀ ਇੰਨੀ ਕਮਜ਼ੋਰ ਸਰਕਾਰ ਹੈ ਜਾਂ ਤੁਸੀਂ ਇੰਨੇ ਡਰੇ ਹੋਏ ਆ ਕਿ ਤੁਸੀਂ ਅੱਤਵਾਦੀ ਔਰ ਮਾਓਵਾਦੀਆਂ ਨਾਲ ਗੱਲ ਕਰ ਰਹੇ ਆ? ਉਹ ਦੇਖੋ ਇਹ ਆ ਵੀ ਜਿਹੜਾ ਪਿਊਸ਼ ਗੋਇਲ ਹੋਰਾਂ ਦਾ ਬਿਆਨ ਆ ਨਾ, ਉਹ ਉਸ ਕਿਸਾਨ ਅੰਦੋਲਨ ਨੂੰ ਫਿੱਕਾ ਪਾਉਣ ਲਈ ਭਈ ਰੌਲਾ ਪਾ ਦਿਓ ਵੀ ਇਹ ਜੀ ਖੱਬੇ ਪੱਖੀ ਆ, ਉਹਨਾਂ ਨੇ ਹਾਈਜੈਕ ਕਰ ਲਿਆ ਵੀ ਉਹ ਤਾਂ ਕਿਸਾਨ ਹੈ ਹੀ ਨਹੀਂ। ਜਿਵੇਂ ਹੁਣ ਕਹਿੰਦੇ ਵੀ ਉੱਥੇ ਕਿਸਾਨ ਹੀ 1% ਆ। ਇਸੇ ਤਰ੍ਹਾਂ ਦੇ ਪਹਿਲਾਂ ਤੋਮਰ ਹੋਰੀ, ਨਰਿੰਦਰ ਸਿੰਘ ਤੋਮਰ ਹੋਣੀ ਬਿਆਨ ਦਿੰਦੇ ਸੀ, ਉਹ ਤਾਂ ਪਹਿਲਾਂ ਤੋਂ ਹੀ ਇੱਕੋ ਹੀ ਰੱਟ ਲਾਈ ਹੋਈ ਆ ਵੀ ਇਹ ਖਾਲਿਸਤਾਨੀ ਆ। ਜਿਹੜੇ ਕੋਈ ਸ਼ਹਿਰੀ ਵਰਗ ਵਿਰੋਧ ਕਰਦਾ ਉਹ ਆਪਣੇ ਅਰਬਨ ਨੈਕਸਲ ਹੋ ਜਾਂਦੇ ਆ, ਮਾਓਵਾਦੀ ਬਣ ਜਾਂਦੇ ਆ। ਕਿਸਾਨ ਸਿੱਖ ਆ, ਇਸ ਕਰਕੇ ਉਹ ਖਾਲਿਸਤਾਨੀ ਆ, ਔਰ ਉਹਦੇ ਪਿੱਛੋਂ ਜਿਹੜੀ ਵੀ ਵਿਰੋਧ ਦੀ ਸੁਰ ਉੱਠਦੀ ਆ ਉਹ ਦੇਸ਼ ਧਰੋਹੀ ਬਣ ਜਾਂਦਾ। ਸੋ ਇਹ ਜਿਹੜੀ ਇਸ ਤਰ੍ਹਾਂ ਦੀ ਭੁਲੇਖਾ ਪਾਊ ਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ, ਇਹ ਬਹੁਤਾ ਚੱਲਣ ਵਾਲੀਆਂ ਨਹੀਂ। ਕਿਸਾਨ ਜਿਹੜੇ ਆ ਉਹ ਸੁਚੇਤ ਆ, ਪੜ੍ਹੇ ਲਿਖੇ ਆ, ਉਹਨਾਂ ਦੇ ਆਗੂ। ਵੱਡੀ ਸਭ ਤੋਂ ਗੱਲ ਜਿਹੜੀ ਆ ਵੀ ਇੰਨਾ ਲੰਮਾ ਅਰਸਾ ਹੋ ਗਿਆ ਵੀ ਉਹਨਾਂ ਨੇ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਹੋਇਆ। ਅੱਛਾ, ਹੁਣ ਅਮਿਤ ਸ਼ਾਹ ਜੀ ਹੁਣੀ ਦਾ ਵੀ ਬਿਆਨ ਸੀਗੇ, ਕੱਲ੍ਹ ਕੁ ਪਰਸੋਂ ਆਏ, ਤੇ ਉਹ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰ ਦਿਆਂਗੇ, ਕਹਿ ਰਹੇ ਆ। ਦੂਜੇ ਪਾਸੇ ਇਹ ਸਾਰੇ ਹੀ ਇਸ ਵੇਲੇ ਇਹਨਾਂ ਨੂੰ ਨਾ ਇੱਕ ਇਹਨਾਂ ਨੇ ਆਪਣੇ ਉੱਪਰ ਤੋਂ ਲੈ ਕੇ ਥੱਲੇ ਤੱਕ BJP ਦੇ ਨੇਤਾਵਾਂ ਨੂੰ ਨਾ ਇੱਕ ਟੌਪਿਕ ਦੇ ਦਿੱਤਾ ਵੀ ਤੁਸੀਂ ਕਹੋ ਸਰਕਾਰ ਤੇ ਜੀ ਅਮੈਂਡਮੈਂਟਸ ਲਿਆ ਰਹੀ ਆ, ਸਰਕਾਰ ਤੇ ਅਮੈਂਡਮੈਂਟਸ ਲੈ ਰਹੇ ਹੋ। ਸਾਰੇ ਜਣੇ ਇੱਕੋ ਬੋਲੀ ਜਾ ਰਹੇ, ਹਾਲਾਂਕਿ ਪੰਜਾਬ ਦੇ BJP ਵਾਲੇ ਵੀ ਉਹ 'ਚ ਸ਼ਾਮਲ ਨੇ ਵੀ ਕਿਸਾਨ ਨਹੀਂ ਅੱਗੇ ਆ ਰਹੇ। 2 ਕਦਮ ਕਿਸਾਨ ਅੱਗੇ ਆਉਣ, 2 ਕਦਮ ਸਰਕਾਰ ਅੱਗੇ ਆਏਗੀ। ਜਦ ਕਿ ਤੁਸੀਂ ਕਿਸਾਨ ਕਹਿ ਰਹੇ ਆ ਉਹਨੇ ਸਾਡੇ ਪੈਰਾਂ ਦੇ ਥੱਲੇ ਤੱਕ ਖਾਈ ਪੱਟਤੀ ਆ, ਅਸੀਂ ਤੇ 1 ਇੰਚ ਅੱਗੇ ਨਹੀਂ ਵੱਧ ਸਕਦੇ। 1 ਇੰਚ ਅੱਗੇ ਵਧਾਂਗੇ ਤੇ ਅਸੀਂ ਮੁੱਦੇ ਮੂੰਹ ਖਾਈ 'ਚ ਡਿੱਗਾਂਗੇ।
ਤੇ ਇਹ ਕੀ ਤਰੀਕਾ ਆ ਇਹਨਾਂ ਦਾ ਵੀ ਬਿਨਾਂ ਗੱਲ ਤੋਂ ਉਕਸਾ ਰਹੇ ਆ ਲੋਕਾਂ ਨੂੰ, ਇਹ ਭਰਮ ਪਾ ਰਹੇ ਵੀ ਕਿਸਾਨ ਅੱਗੇ ਨਹੀਂ ਆ ਰਹੇ, ਅਸੀਂ ਤੇ ਆ ਰਹੇ ਹਾਂ। ਉਹ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤੇਜਪਾਲ ਜੀ, ਇਹ ਤਾਂ ਭਰਮ ਪੈਦਾ ਕੀਤਾ ਜਾ ਰਿਹਾ ਜੀ ਭਈ ਇੱਕ ਬੰਨੇ ਤੁਸੀਂ ਮੀਟਿੰਗਾਂ ਲਈ ਸੱਦੇ ਆ, ਮੀਟਿੰਗਾਂ ਹੋਈਆਂ, ਕੋਈ ਉਹਨਾਂ ਦਾ ਸਿੱਟਾ ਨਹੀਂ ਨਿਕਲਿਆ, ਕਿਉਂਕਿ ਕਿਸਾਨਾਂ ਦੀ ਪਹਿਲੀ ਮੰਗ ਹੀ ਇਹ ਆ ਵੀ ਇਹ ਕਾਨੂੰਨ ਰੱਦ ਕੀਤੇ ਜਾਣ। ਉਹ ਸੋਧਾਂ ਦੀ ਗੱਲ ਕਰੀ ਜਾਂਦੇ ਆ, ਨਾਲ ਦੀ ਨਾਲ ਉੱਥੇ ਆਪਣਾ ਅਮਲਾ ਫੈਲਾ ਜਿਹੜੀਆਂ ਫੋਰਸਿਸ ਆ, ਪੈਰਾਮਿਲਟਰੀ ਫੋਰਸਿਸ, ਉਹ ਲਾਈ ਜਾਂਦੇ ਆ। ਨਾਲ ਦੀ ਨਾਲ ਉਹਨਾਂ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਸ਼ੁਰੂ ਕੀਤਾ ਹੋਇਆ ਜੀ, ਠੀਕ ਹੈ। ਫਿਰ ਤੁਸੀਂ ਦੇਖੋ ਵਿੱਚ ਵਿਚਾਲੇ ਜੇ ਕੋਈ ਇੱਕ ਅੱਧੀ ਯੂਨੀਅਨ ਸੁਪਰੀਮ ਕੋਰਟ ਚਲ ਗਈ, ਫਿਰ ਇੱਦਾਂ ਦੀਆਂ ਰਿਟਾਂ ਪਵਾਈਆਂ ਜਾ ਰਹੀਆਂ ਪਈ ਜੀ ਦਿੱਲੀ ਦਾ ਘਰਾਓ ਕੀਤਾ ਹੋਇਆ, ਪਈ ਇਹ ਜਿਹੜਾ ਆ ਘਰਾਓ ਹਟਾਇਆ ਜਾਵੇ। ਬਿਲਕੁਲ। ਸੋ ਉਹ ਸੁਣਵਾਈ ਹੁਣ ਹੋ ਰਹੀ ਆ 16 ਤਰੀਕ ਨੂੰ ਸੁਪਰੀਮ ਕੋਰਟ 'ਚ ਜੀ। ਸੋ ਇਹ ਸਾਰੇ ਜਿਹੜੀਆਂ ਇੱਕ ਬੰਨੇ ਉਹ ਪੇਸ਼ਬੰਦੀਆਂ ਕਰ ਰਹੇ ਆ, ਇੱਕ ਬੰਨੇ ਗੱਲਬਾਤ ਦਾ ਸੱਦਾ ਦੇ ਰਹੇ ਆ। ਇਹ ਸਾਰਾ ਕੁਝ ਜਿਹੜਾ ਆ ਇਹ ਬਹੁਤਾ ਚਿਰ ਚੱਲਣ ਵਾਲਾ ਨਹੀਂ ਜੀ। ਕਿਸਾਨ ਤਹਈਆ ਕਰਕੇ ਉੱਥੇ ਬੈਠੇ ਆ ਤੇ ਉਹਨਾਂ ਨੂੰ ਉਹ ਟਸ ਤੋਂ ਮਸ ਨਹੀਂ ਹੋਣਗੇ ਜਦ ਤੱਕ ਜਿਹੜੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਦੇਖੋ ਜਵਾਬਦੇਹੀ ਹੁੰਦੀ ਆ ਲੋਕਾਂ ਪ੍ਰਤੀ। ਅੱਜ ਕੱਲਾ ਪੰਜਾਬ ਨਹੀਂ, ਪੂਰਾ ਉੱਤਰੀ ਭਾਰਤ ਨਹੀਂ, ਪੂਰੇ ਦੇਸ਼ ਦੇ ਕਿਸਾਨ, ਭਾਜਪਾ ਜੋ ਮਰਜ਼ੀ ਕਹੀ ਜਾਣ, ਉਹ ਜੋ ਮਰਜ਼ੀ ਪ੍ਰਚਾਰ ਕਰੀ ਜਾਵੇ, ਪਾਰਟੀ ਆ ਹਾਕਮ ਨੇ ਇਸ ਵੇਲੇ, ਕੇਂਦਰੀ ਹਕੂਮਤ ਉਹਨਾਂ ਦੇ ਹੱਥ ਆ, ਕੁਛ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਦਾ ਰਾਜ ਹੈਗਾ, ਪਰ ਇਸ ਤਰ੍ਹਾਂ ਦੇ ਭਰਮ ਭੁਲੇਖੇ ਉਹ ਕਿੰਨਾ ਚਿਰ ਖੜੇ ਕਰ ਸਕਦੇ ਹੈਗੇ ਆ ਜੀ। ਸੋ ਜਿਹੜਾ ਕੋਈ ਪੱਤਰਕਾਰ ਉੱਠਦਾ ਹੈਗਾ ਉਹਦੇ ਖਿਲਾਫ ਹੁਣ ਪਿੱਛੇ ਇੱਕ ਹੋਰ ਬਹਾਨਾ ਲੱਭ ਲਿਆ ਪਿਆ, ਦੇਖੋ ਜੀ ਇਹ ਮਾਓਵਾਦੀ ਨੇ, ਪੀਯੂਸ਼ ਗੋਇਲ ਹੋਰੀ ਕਹਿੰਦੇ ਇਸ ਕਰਕੇ ਇਹ ਜਿਹੜਾ ਆ ਬੁੱਧੀਜੀਵੀਆਂ ਦੀ ਰਿਹਾਈ ਮੰਗ ਰਹੇ ਨੇ। ਜਿਸ ਦਿਨ ਕੌਮਾਂਤਰੀ ਹਿਊਮਨ ਰਾਈਟ ਐਕਟਿਵਿਸਟਸ ਦੀ ਰਿਹਾਈ ਮੰਗ ਰਹੇ, ਜਿੱਦਣ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸੀਗਾ 10 ਤਰੀਕ, ਹਾਂਜੀ, ਉਸ ਦਿਨ ਜੇ ਉਹ ਮੰਗ ਵੀ ਕਰ ਲਈ, ਜੇ ਬੁੱਧੀਜੀਵੀ ਹਮਾਇਤ ਕਰ ਰਹੇ ਆ ਇੱਕ ਸ਼ਾਂਤਮਈ ਅੰਦੋਲਨ ਦੀ, ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਹਮਾਇਤ ਕਰਦੇ ਆ, ਤੇ ਉਹ ਜੇ ਕਿਸਾਨ ਯੂਨੀਅਨਾਂ ਦੇ ਆਗੂ ਉਹਨਾਂ ਦੀ ਹਮਾਇਤ ਕਰਦੇ ਆ ਤਾਂ ਉਹਦੇ ਵਿੱਚ ਬੁਰਾ ਕੀ ਆ ਜੀ, ਠੀਕ ਹੈ ਨਾ। ਇਹ ਮੰਗ ਕੋਈ ਮਤਲਬ ਕੋਈ ਦੇਸ਼ ਨਾਲੋਂ ਅੱਡ ਹੋਣ ਦੀ ਮੰਗ ਤਾਂ ਨਹੀਂ ਨਾ ਕਰ ਰਹੇ। ਦੇਸ਼ ਦਾ ਜਿਹੜਾ ਰੌਸ਼ਨ ਦਿਮਾਗ ਤਬਕਾ ਜਿਨ੍ਹਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਡੱਕ ਦਿੰਦੇ ਆ, ਉਹਨਾਂ ਦੀ ਰਿਹਾਈ ਮੰਗ ਰਹੇ ਆ। ਇਹਦੇ ਵਿੱਚ ਦੱਸੋ ਕੀ ਕਸੂਰ ਆ ਜੀ। ਫਿਰ ਕੌਮਾਂਤਰੀ ਪੱਧਰ 'ਤੇ ਕਿੰਨੇ ਦੇਸ਼ ਸਪੋਰਟ ਕਰ ਚੁੱਕੇ ਆ, ਠੀਕ ਆ, ਜਿਨ੍ਹਾਂ ਦੇ ਵਿੱਚ ਅਮਰੀਕਾ ਦੇ MP, ਜਿਨ੍ਹਾਂ ਦੇ ਵਿੱਚ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿ ਚੁੱਕਾ, ਜਿਹਦੇ ਵਿੱਚ ਤਨਮਨਜੀਤ ਸਿੰਘ ਢੇਸੀ ਜਿਹੜੇ ਲੇਬਰ ਦੇ ਪਾਰਟੀ ਦੇ ਦੂਜੀ ਵਾਰੀ MP ਬਣੇ ਨੇ, ਹਾਂਜੀ, ਉਹ ਉਹਨਾਂ ਦੀ ਅਗਵਾਈ ਦੇ ਵਿੱਚ। ਫਿਰ ਯੂਨਾਈਟਿਡ ਨੇਸ਼ਨਸ ਦੇ ਸਕੱਤਰ ਜਨਰਲ ਦਾ ਬੁਲਾਰਾ ਕਹਿ ਚੁੱਕਾ। ਹੋਰ ਸਾਡੀ ਸਰਕਾਰ ਨੂੰ ਕੀ ਚਾਹੀਦਾ ਜੀ। ਸੋ ਅਜੇ ਵੀ ਸਰਕਾਰ ਜਿਹੜੀ ਆ ਉਹ ਕਾਨੂੰਨਾਂ ਦੇ ਠੀਕ ਹੋਣ ਦਾ ਪ੍ਰਚਾਰ ਕਰਨ ਤੇ ਜਿਹੜੀ ਆ ਉਹ ਸਾਰਾ ਜ਼ੋਰ ਲਾ ਰਹੀ। ਦੇਖੋ ਰਾਜੇਵਾਲ ਸਾਹਿਬ ਨੇ ਇੱਕ ਗੱਲ ਕਹੀ ਆ, ਕਹਿੰਦੇ ਇਹ ਜਿਹੜਾ ਭਰਮ ਪੈਦਾ ਕੀਤਾ ਜਾ ਰਿਹਾ ਨਾ ਵੀ ਕਿਸਾਨ ਗੱਲਬਾਤ ਲਈ ਅੱਗੇ ਨਹੀਂ ਆ ਰਹੇ, ਉਹ ਕਹਿੰਦੇ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਅੱਜ ਇਹ ਸਿਰਫ ਇਸ ਕਰਕੇ ਆ ਵੀ ਅਸੀਂ ਅਮੈਂਡਮੈਂਟ ਕਰ ਦਈਏ, ਲੋਕੀ ਘਰੋਂ ਘਰੀ ਜਾਣ ਤੇ ਇੱਕ ਨੋਟੀਫਿਕੇਸ਼ਨ ਨਾਲ ਉਹ ਅਮੈਂਡਮੈਂਟਸ ਰੱਦ ਹੋ ਸਕਦੀਆਂ। ਕੀ ਇਦਾਂ ਦਾ ਵੀ ਕੁਝ ਹੈ ਵੀ ਜਿੱਦਾਂ ਜਦੋਂ ਮਰਜ਼ੀ ਅਮੈਂਡਮੈਂਟਸ ਰੱਦ ਹੋ ਸਕਦੀਆਂ ਹੁੰਦੀਆਂ? ਦੇਖੋ ਇਸ ਤਰ੍ਹਾਂ ਤਾਂ ਨਹੀਂ ਹੈ। ਸਰਕਾਰ ਜਿਹੜਾ ਆ ਉਹ ਮੁੜ ਕੇ ਜਿਵੇਂ ਸਾਰੀਆਂ ਧਿਰਾਂ ਜਿਹੜੀਆਂ ਆ ਉਹ ਇਕੱਲੇ ਨੋਟੀਫਿਕੇਸ਼ਨ ਨਾਲ ਗੱਲ ਨਹੀਂ ਬਣਦੀ। ਸੈਸ਼ਨ ਬੁਲਾਇਆ ਜਾਂਦਾ, ਮੁੜ ਕੇ ਉੱਥੇ ਜਿਵੇਂ ਪੰਜਾਬ ਸਰਕਾਰ ਨੇ ਬਿੱਲ ਪੇਸ਼ ਕੀਤਾ ਵੀ ਭਾਈ ਅਸੀਂ ਨਹੀਂ ਇਹਨੂੰ ਮੰਨਦੇ, ਠੀਕ ਆ, ਫਿਰ ਆਰਡੀਨੈਂਸ ਬਣਦਾ, ਉਹਨੂੰ ਗਾਂ ਹੁਣ ਪ੍ਰਵਾਨਗੀ ਲਈ ਭੇਜਿਆ, ਜਿਹੜਾ ਅਜੇ ਤੱਕ ਇੱਥੇ BP ਸਿੰਘ ਬਦਨੌਰ ਹੋਰਾਂ ਕੋਲ ਪਿਆ। ਇਸੇ ਤਰ੍ਹਾਂ ਜਿਹੜਾ ਇੱਕ ਕਾਨੂੰਨ ਬਣ ਗਿਆ, ਉਹਨੂੰ ਪਾਰਲੀਮੈਂਟ ਦਾ ਫੁੱਲ ਸੈਸ਼ਨ ਜਿਹੜਾ ਆ ਦੋਹਾਂ ਜਿਹੜਾ ਹਾਊਸਿਸ ਨੇ, ਰਾਜ ਸਭਾ ਲੋਕ ਸਭਾ, ਜਿਹੜਾ ਉਹ ਰੱਦ ਕਰੇਗੀ, ਠੀਕ ਹੈ। ਸੋ ਉਹ ਕੱਲਾ ਇੱਕ ਬੰਦੇ ਦੇ ਮਤਲਬ ਕਹਿਣ ਦੇ ਨਾਲ ਨੋਟੀਫਿਕੇਸ਼ਨ ਨਾਲ ਲਾਗੂ ਹੁੰਦੇ ਨੇ, ਪਰ ਨੋਟੀਫਿਕੇਸ਼ਨ ਨਾਲ ਰੱਦ ਨਹੀਂ ਹੁੰਦੇ। ਪਰ ਸੱਤੀ ਸਾਹਿਬ ਜਿਸ ਹਿਸਾਬ ਨਾਲ ਰਾਜ ਸਭਾ ਹਾਈਜੈਕ ਹੋਈ ਹੈ ਐਤਕੀ, ਇਸ ਹਿਸਾਬ ਨਾਲ ਰਾਜ ਸਭਾ 'ਚ ਜੋ ਕੁਝ ਹੋਇਆ, ਇਹ ਕਾਨੂੰਨ ਪਾਸ ਹੁੰਦਿਆਂ ਉਸ ਹਿਸਾਬ ਨਾਲ ਤੇ ਕੁਝ ਵੀ ਕਰ ਸਕਦੇ ਆ ਜੀ। ਦੇਖੋ ਇਹ ਤਾਂ ਹੁਣ ਇੱਦਾਂ ਆ ਨਾ ਵੀ ਐਬਸੋਲਿਊਟ ਮੈਜੋਰਟੀ ਇਹਨਾਂ ਦੇ ਕੋਲ ਆ। ਤਾਂ ਪਹਿਲਾਂ ਵੀ ਇਹਨਾਂ ਨੇ ਇਹ ਜਿਹੜੇ ਕਾਨੂੰਨ ਆ ਇਹ ਬਿਨਾਂ ਬਹਿਸ ਤੇ, ਬਿਨਾਂ ਵੋਟਿੰਗ ਦੇ ਜਿਹੜੇ ਆ ਉਹ ਪਾਸ ਕੀਤੇ ਆ, ਇੱਕ ਤਰ੍ਹਾਂ ਨਾਲ ਧੱਕੇ ਨਾਲ ਹੀ ਪਾਸ ਕੀਤੇ ਆ। ਸੋ ਇਸ ਸਰਕਾਰ ਵਿੱਚ ਸਭ ਕੁਝ ਸੰਭਵ ਆ। ਇਹ ਤਾਂ ਦੇਸ਼ ਦੇ ਜਿਹੜਾ ਸੰਵਿਧਾਨ ਆ ਉਹਨੂੰ ਵੀ ਢਾਹ ਲਾ ਰਹੇ ਆ, ਦੇਸ਼ ਦੇ ਸੰਘੀ ਢਾਂਚੇ ਨੂੰ ਤਾਂ ਢਾਹ ਲਾਉਣ 'ਚ ਕੋਈ ਕਸਰ ਛੱਡੀ ਨਹੀਂ ਇਹਨਾਂ ਨੇ। ਅੱਛਾ, ਅਮਿਤ ਸ਼ਾਹ ਹੁਣੀ ਇੱਕ ਗੱਲ ਹੋਰ ਕਹੀ ਆ, ਉਹ ਕਹਿੰਦੇ ਜੀ ਪਹਿਲਾਂ ਤੇ ਕਹਿੰਦੇ ਸੀਗੇ ਵੀ ਤੁਸੀਂ ਕਿਸੇ ਕੋਰਟ 'ਚ ਜਾ ਹੀ ਨਹੀਂ ਸਕਦੇ ਆਪਣੇ ਮਸਲੇ ਨੂੰ ਲੈ ਕੇ, ਜੋ ਇਹਨਾਂ ਕਾਨੂੰਨਾਂ 'ਚ ਲਿਖਿਆ ਗਿਆ ਸੀ ਜੀ। ਹੁਣ ਅਮਿਤ ਸ਼ਾਹ ਕਹਿੰਦੇ ਆ ਜੀ ਅਸੀਂ ਉਹ ਵੀ ਕਰ ਦਿਆਂਗੇ, ਇੱਕ ਟ੍ਰਿਬਿਊਨਲ ਬਣਾ ਦਿਆਂਗੇ
ਉਸ ਟ੍ਰਿਬਿਊਨਲ 'ਚ ਤੁਸੀਂ ਆਪਣੇ ਮਸਲੇ ਲੈ ਕੇ ਜਾਓ, ਉਹ ਹੱਲ ਕਰਨਗੇ। ਤੇ ਕਿਸਾਨ ਕਹਿ ਰਹੇ ਜਿਹੜਾ ਤੁਸੀਂ ਰੇਪ ਲਈ ਟ੍ਰਿਬਿਊਨਲ ਬਣਾਇਆ ਸੀ ਉਹਦਾ ਰਿਜ਼ਲਟ ਸਾਨੂੰ ਦੇ ਦਿਓ, ਫਿਰ ਅਸੀਂ ਮੰਨ ਜਾਾਂਗੇ। ਟ੍ਰਿਬਿਊਨਲ ਕੀ ਆ? ਸ਼ਾਬਦਿਕ ਅਰਥ ਆ ਟ੍ਰਿਬਿਊਨ ਇੱਕ ਮੰਚ ਹੈ, ਮੰਚ ਹੈ। ਪਲੇਟਫਾਰਮ ਆ ਜੀ। ਸੋ ਇਦਾਂ ਦੇ ਕਿਸਾਨਾਂ ਦਾ ਇਸ ਵੇਲੇ ਮੰਚ ਬੜਾ ਸਰਗਰਮ ਆ, ਭਖਦਾ ਆ। ਤੁਸੀਂ ਉੱਥੇ ਹੀ ਆਣ ਕੇ ਸਾਰਾ ਕੁਝ ਕਿਉਂ ਨਹੀਂ ਨਿਬੇੜਦੇ? ਇਹ ਟ੍ਰਿਬਿਊਨਲ ਬਣਾਉਣੇ, ਕਮਿਸ਼ਨ ਬਣਾਉਣੇ, ਇਹ ਸਾਰਾ ਕੁਝ ਮਸਲਿਆਂ ਨੂੰ ਲਟਕਾਉਣ ਦੇ ਦਾਅ ਪੇਚ ਹੁੰਦੇ ਸਰਕਾਰਾਂ ਦੇ, ਉਹਨਾਂ ਵਿੱਚੋਂ ਕੁਝ ਨਹੀਂ ਨਿਕਲਣਾ ਹੁੰਦਾ। ਤੇ ਇਸ ਵੇਲੇ ਹੰਨੇ ਬੰਨੇ ਦੀ ਲੜਾਈ ਆ ਜੀ। ਸੋ ਸਰਕਾਰ ਫਿਰ ਇਸ ਤਰ੍ਹਾਂ ਵੀ ਵਿੱਚ ਗੱਲਾਂ ਆ ਰਹੀਆਂ ਵੀ ਸਰਕਾਰ ਕਿਉਂ ਨਹੀਂ ਮੰਨ ਰਹੀ, ਵੀ ਜਦੋਂ ਇਹ ਮੰਨੂਗੀ ਫਿਰ EVM ਸਕੀਮਾਂ ਦੀ ਗੱਲ ਤੁਰ ਪਊਗੀ ਜੀ। ਵੀ ਜਿੱਦਾਂ ਹੁਣ ਦੇਸ਼ ਉੱਠ ਕੇ ਖੜਾ ਹੋਇਆ। ਉਹ ਗੱਲ ਹੋਰ ਕਹਿੰਦੇ ਆ ਕਿ ਰਾਜੇਵਾਲ ਸਾਹਿਬ ਨੇ ਵੀ ਕਿਹਾ, ਡਾਕਟਰ ਦਰਸ਼ਨਪਾਲ ਨੇ ਵੀ ਕਿਹਾ, ਕਹਿੰਦੇ ਜਦੋਂ ਅਸੀਂ ਆਪਣੇ ਗ੍ਰਹਿ ਮੰਤਰੀ ਹੁਣਾਂ ਨਾਲ ਗੱਲ ਕੀਤੀ ਆ, ਸ਼੍ਰੀ ਅਮਿਤ ਸ਼ਾਹ ਹੁਣਾਂ ਨਾਲ, ਉਹਨੇ ਇਹ ਕਿਹਾ ਜੇ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ ਤਾਂ ਕੱਲ੍ਹ ਨੂੰ ਮਜ਼ਦੂਰ ਉੱਠ ਕੇ ਖੜ ਜਾਣੇ ਆ, ਕਿਉਂਕਿ ਕਾਨੂੰਨ ਉਹਨਾਂ ਦੇ ਵੀ ਖਿਲਾਫ ਬਣਾਏ ਹੋਏ ਇਹਨਾਂ ਨੇ, ਕਿਉਂਕਿ ਇਹਨਾਂ ਦਾ ਟੋਟਲ ਝੁਕਾਅ ਜਿਹੜਾ ਪੂੰਜੀਪਤੀਆਂ ਵੱਲ ਹੈ। ਤੇ ਕਹਿੰਦੇ ਫਿਰ ਉਹ ਉੱਠ ਕੇ ਖੜ ਜਾਣਗੇ। ਤੁਸੀਂ ਹੋਰ ਤਾਂ ਹੋਰ, ਪ੍ਰਧਾਨ ਮੰਤਰੀ ਇੱਕ ਵੱਡੇ ਪੂੰਜੀਪਤੀ ਦੇ ਘਰ ਪੋਤਰਾ ਪੈਦਾ ਹੁੰਦਾ ਜੀ, ਉਹਦੇ ਲਈ ਤਾਂ ਦੌੜੇ ਜਾਂਦੇ ਆ ਜੀ, ਹਵਾਈ ਸਫ਼ਰ ਕਰਕੇ ਜੀ। ਕਿਸਾਨ ਜਿਹੜੇ ਚੌਂ ਕਰਮਾਂ ਦੇ ਬੈਠੇ, ਉਹਨਾਂ ਦੀ ਗੱਲ ਸੁਣਨ ਲਈ ਤਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ। ਜੀ ਜੀ ਜੀ, ਮਤਲਬ ਪੋਤੇ ਦੀ ਵਧਾਈ ਲੈਣ ਚੱਲ ਗਏ। ਹਾਂਜੀ। ਸੋ ਇਹ ਜਿਹੜਾ ਇਸ ਵੇਲੇ ਪੂੰਜੀਪਤੀਆਂ ਦੀ ਜਿਹੜੀ ਆ ਪੁਸ਼ਤਪਨਾਹੀ ਕੀਤੀ ਜਾ ਰਹੀ ਆ, ਪੂੰਜੀਪਤੀ ਸਰਕਾਰ ਦੀ ਪੁਸ਼ਤਪਨਾਹੀ ਕਰ ਰਹੇ ਆ, ਉਹਨਾਂ ਦਾ ਵੀ ਦਬਾਅ ਆ। ਕੁਛ ਹੋ ਸਕਦਾ ਕੌਮਾਂਤਰੀ ਜਿਹੜੇ ਮੋਨੀਟਰੀ ਜਿਹੜੇ ਇੰਸਟੀਚਿਊਟਸ ਨੇ ਉਹਨਾਂ ਦਾ ਵੀ ਦਬਾਅ ਹੋਵੇ। ਅੱਛਾ, ਦੂਜੇ ਪਾਸੇ ਸਰਦਾਰ ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਹਰਿਆਣੇ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਬੇਸਿਕਲੀ ਉਦਣ ਪੰਜਾਬ ਦੇ ਕਿਸਾਨਾਂ ਨੂੰ ਲੰਘਣ 'ਚ ਜਿਹੜਾ ਰਸਤਾ ਪੱਧਰਾ ਕਰਵਾਇਆ, ਉਹਨਾਂ ਨੇ ਕਰਵਾਇਆ। ਤੇ ਹੁਣ ਉਹਨਾਂ ਦਾ ਇੱਕ ਬਿਆਨ ਆਇਆ ਕੱਲ੍ਹ, ਜਿਹੜਾ ਮੈਨੂੰ ਬੜਾ ਵਧੀਆ ਲੱਗਾ, ਉਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਗੱਲ ਕਰਨੀ ਹੈ। ਇੱਕ ਉਹਨਾਂ ਦਾ ਬਿਆਨ ਆਇਆ, ਕਹਿੰਦੇ ਇਹ ਜਿਹੜਾ ਅੰਦੋਲਨ ਹੈ ਇਹਨੂੰ ਚਲਾਉਣ ਵਾਲਾ ਕੋਈ ਨਹੀਂ। ਇੱਦਾਂ ਨਾ ਸੋਚੋ ਵੀ ਅਸੀਂ ਇਹਨੂੰ ਚਲਾ ਰਹੇ ਹਾਂ, ਇਹ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਿਹਾ, ਨਹੀਂ ਤੇ ਕਿਸੇ ਬੰਦੇ ਦੀ ਐਡੀ ਹਿੰਮਤ ਨਹੀਂ ਵੀ ਇੰਨੇ ਲੰਗਰ ਇਹੋ ਜਿਹਾ ਪ੍ਰਬੰਧ ਕਰਕੇ ਦਿਖਾ ਦੇਵੇ ਵੀ ਲੱਖਾਂ ਬੰਦਿਆਂ ਨੂੰ ਇੱਦਾਂ ਇਹ ਮੈਨੇਜ ਕਰ ਦੇਵੇ। ਤੇ ਉਹਦੇ ਨਾਲ ਸਰਦਾਰ SP ਸਿੰਘ ਉਬਰਾਏ ਹੁਣਾਂ ਦਾ ਮੈਂ ਖਾਸ ਕਰਕੇ ਹੁਣ ਜ਼ਿਕਰ ਕਰਨਾ ਚਾਹਾਂਗਾ। ਚਲੋ ਖਾਲਸਾ ਏਡ ਵਗੈਰਾ ਹੋਰ ਤਾਂ ਚੱਲ ਹੀ ਰਿਹਾ। ਹਾਂਜੀ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹ ਅੰਦੋਲਨ ਚੱਲੂਗਾ, ਬਿਨਾਂ ਕਿਸੇ ਗਿਣਤੀ ਮਿਣਤੀ ਦੇ ਇੱਥੇ ਹਰ ਸੁਵਿਧਾ ਮੁਹੱਈਆ ਕਰਾਈ ਜਾਏਗੀ। ਕੋਈ ਬਜਟ ਦਾ ਅਸੀਂ ਹਿਸਾਬ ਨਹੀਂ ਰੱਖਾਂਗੇ। ਤੇ ਜਿਨ੍ਹਾਂ ਦੀ ਉੱਥੇ ਮੌਤ ਹੋ ਰਹੀ, ਜਿਹੜੇ ਕਿਸਾਨ ਉੱਥੇ ਆਪਣੇ ਪ੍ਰਾਣ ਤਿਆਗ ਰਹੇ ਆ, ਉਹਨਾਂ ਲਈ 10,000 ਪੈਨਸ਼ਨ ਦਿੱਤੀ ਜਾਏਗੀ, ਉਹਨਾਂ ਦੀ ਫੈਮਿਲੀ ਨੂੰ ਮੰਥਲੀ ਪੈਨਸ਼ਨ। ਜੀ, ਇਹਦੇ ਬਾਰੇ ਕੀ? SP ਸਿੰਘ ਉਬਰਾਏ ਹੁਰੀ ਬਿਨਾਂ ਸ਼ੱਕ ਤੇਜਪਾਲ ਜੀ ਬਹੁਤ ਵੱਡੇ ਦਾਨੀ ਪੁਰਸ਼ ਆ। ਉਹ ਪਹਿਲਾਂ ਹੀ ਇੰਨਾ ਕੰਮ ਕਰ ਚੁੱਕੇ ਆ ਪੰਜਾਬ ਦੇ ਵਿੱਚ। ਵਿਧਵਾਵਾਂ ਦੀਆਂ ਪੈਨਸ਼ਨਾਂ, ਬੇਸਹਾਰਾ ਔਰਤਾਂ ਨੂੰ ਪੈਨਸ਼ਨਾਂ, ਬੇਸਹਾਰਾ ਬੱਚਿਆਂ ਦੀ ਮਦਦ, ਈਵਨ ਜੇਲ੍ਹਾਂ ਦੇ ਵਿੱਚ ਜਿਹੜੇ ਬੱਚੇ ਰੁਲ ਰਹੇ ਆ, ਮਾਪਿਆਂ ਨਾਲ ਆ ਜਾਂਦੇ, ਕੋਈ ਮਾਂ ਕਿਸੇ ਦੀ ਉੱਥੇ ਆ, ਕੋਈ ਕੁਛ ਆ, ਉਹਨਾਂ ਲਈ ਸਕੂਲ ਖੋਲ੍ਹ ਕੇ ਦਿੱਤੇ ਨੇ। ਠੀਕ ਹੈ। ਫਿਰ ਉਹ ਆਮ ਲੋਕਾਂ ਲਈ ਤੁਸੀਂ ਦੇਖੋ ਬਈ ਜਿਹੜੇ ਫਾਂਸੀ ਦੀ ਸਜ਼ਾ ਯਾਫਤਾ ਲੋਕ ਸੀਗੇ, ਉਹਨਾਂ ਨੂੰ ਸਭ ਤੋਂ ਪਹਿਲਾਂ ਲਿਆਉਣ ਦਾ ਬੀੜਾ ਉਹਨਾਂ ਨੇ ਚੁੱਕਿਆ, ਕਰੋੜਾਂ ਰੁਪਈਏ ਖਰਚ ਕੇ। ਅੱਜ ਵੀ ਗਾਹੇ ਬਗਾਹੇ ਜਿਹੜੀਆਂ ਲਾਸ਼ਾਂ ਆ ਜਾਂ ਜਿਹੜੇ ਮ੍ਰਿਤਕ ਨੌਜਵਾਨ ਨੇ ਵਿਦੇਸ਼ਾਂ 'ਚ ਕੰਮ ਕਰਦੇ, ਉਹਨਾਂ ਨੂੰ ਲਿਆਉਂਦੇ ਆ। ਫਿਰ ਉਹ ਜਿਹੜਾ ਹੋਰ ਕੋਈ ਜੇਲ੍ਹਾਂ ਕੱਟ ਰਿਹਾ ਜਾਂ ਕੋਈ ਫਸ ਗਿਆ ਜਾਂ ਕਿਤੇ ਧੱਕਾ ਹੋ ਰਿਹਾ ਵਿਦੇਸ਼ਾਂ ਦੇ ਵਿੱਚ, ਉਹਨਾਂ ਲੋਕਾਂ ਨੂੰ ਲੈ ਕੇ ਆਉਂਦੇ ਨੇ। ਜੀ, ਪੰਜਾਬ ਦੇ ਵਿੱਚ ਇੰਨਾ ਕੰਮ ਕਰ ਰਹੇ ਆ। ਸਰਬੱਤ ਦਾ ਭਲਾ ਟਰੱਸਟ ਉਹਨਾਂ ਦਾ, ਮੈਂ ਕਹਿੰਦਾ ਅਕਾਲ ਪੁਰਖ ਉਹਨਾਂ ਨੂੰ ਲੰਮੀਆਂ ਉਮਰਾਂ ਦੇਵੇ। ਪੈਸਾ ਬਹੁਤ ਸਾਰੇ ਲੋਕਾਂ ਕੋਲ ਹੁੰਦਾ, ਪਰ ਉਹ ਕਿਸੇ ਗਰੀਬ ਗੁਰਬੇ ਤੇ ਖਰਚਣ ਲਈ ਬਹੁਤ ਵੱਡਾ ਜੀਰਾ ਚਾਹੀਦਾ। ਪਹਿਲਾਂ ਤਾਂ ਮੈਂ ਆਫਰੀਨ ਆ ਉਹਨਾਂ ਦੇ ਵੀ ਉਹ ਇੱਕ ਦਿਨ 'ਚ ਇੰਨਾ ਸਫ਼ਰ ਕਰਦੇ ਆ, ਪਰ ਸ਼ਾਮ ਨੂੰ ਉਹ ਪਟਿਆਲੇ ਪਹੁੰਚ ਜਾਂਦੇ ਆ। ਉਹ ਔਸਤਨ 200, 400, 500 ਕਿਲੋਮੀਟਰ ਰੋਜ਼ ਦਾ ਸਫ਼ਰ ਕਰਦੇ ਆ। ਔਰ ਫਿਰ ਕਿਵੇਂ ਉਹ ਆਪਣਾ ਧਨ ਗਰੀਬ ਗੁਰਬਿਆਂ 'ਤੇ ਖਰਚਦੇ ਨੇ। ਇਹ ਜਿਹੜਾ ਪਹਿਲਾਂ ਹੀ ਉਹਨੇ, ਤੁਸੀਂ ਦੇਖੋ ਕਿੰਨੇ ਕੰਬਲ ਅਤੇ ਹੋਰ ਚੀਜ਼ਾਂ, ਹਜ਼ਾਰਾਂ ਚੱਪਲਾਂ, ਜੈਕਟਾਂ ਉਹਨਾਂ ਨੇ ਉੱਥੇ ਪਹਿਲਾਂ ਪ੍ਰਦਾਨ ਕੀਤੀਆਂ ਸੀ। ਹੁਣ ਉਹ ਕਹਿੰਦੇ ਆ ਵੀ ਜੋ ਖਰਚ ਆਉਂਦਾ ਮੈਂ ਇਕੱਲਾ ਹੀ ਝੱਲਣ ਨੂੰ ਤਿਆਰ ਹਾਂ। ਸੋ ਇਹੋ ਜਿਹੇ ਵੱਡੇ ਜਿਗਰੇ ਉਹ ਪੰਜਾਬੀਆਂ ਦੇ ਹੋ ਸਕਦੇ ਆ। ਉਹ ਕਿਸੇ ਅਕਾਲ ਪੁਰਖ ਦੀ ਜਿਹਦੇ ਤੇ ਮਿਹਰ ਆ, ਉਹ ਉਸੇ ਬੰਦੇ 'ਚ ਏਡਾ ਵੱਡਾ ਜੀਰਾ ਪੈਦਾ ਹੋ ਸਕਦਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਕੱਲ੍ਹ ਇੱਕ ਹੋਰ ਖਬਰ ਆਈ ਆ, ਇਹੀ ਪੂੰਜੀਪਤੀ ਜਿਨ੍ਹਾਂ ਦੇ ਬਾਰੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਅਸੀਂ ਬੜੇ ਜਿਨ੍ਹਾਂ ਦੇ ਵਿਰੁੱਧ ਹੋਏ ਆ, ਉਹਨਾਂ ਦੀ ਆਈ ਵੀ ਉਹਨਾਂ ਦੀ 1 ਘੰਟੇ ਦੀ ਆਮਦਨ 90 ਕਰੋੜ ਰੁਪਈਆ ਆ, ਜਦ ਕਿ ਆਮ ਬੰਦੇ ਦੀ 9 ਰੁਪਈਏ ਨਹੀਂ ਹੈਗੀ।
ਆਮ ਬੰਦਾ ਤਾਂ ਅਜੇ ਵੀ ਦੁਮਕਾ ਲੇਬਰ ਜਿਹੜੀ ਆ ਜੀ ਬਾਰਡਰ ਰੋਡਸ ਟਾਸਕ ਫੋਰਸ ਜਿਹੜੀ ਆ ਜਿਹੜੀ ਆਮ ਤੌਰ ਤੇ ਪਹਾੜੀ ਇਲਾਕਿਆਂ ਦੇ ਵਿੱਚ ਸੜਕਾਂ ਬਣਾਉਂਦੀ ਆ, ਤੇ ਉਹ ਜਿਹੜੀ ਸਭ ਤੋਂ ਜ਼ਿਆਦਾ ਉਹਨਾਂ ਕੋਲ ਸਸਤੀ ਮਜ਼ਦੂਰੀ ਵਾਲੇ ਲੋਕ ਹੁੰਦੇ ਆ, ਉਹਨੂੰ ਦੁਮਕਾ ਲੇਬਰ ਕਹਿੰਦੇ ਆ ਆਮ ਹੀ, ਬਾਰਡਰ ਰੂਟ BRTF ਵਾਲੇ। ਔਰ ਉਹ ਦੁਮਕਾ ਅੱਜ ਝਾਰਖੰਡ ਦੇ ਵਿੱਚ ਆਉਂਦਾ, ਪਹਿਲਾਂ ਬਿਹਾਰ ਦੇ ਵਿੱਚ ਹੁੰਦਾ ਸੀ। ਅੱਜ ਵੀ ਚੌਲਾਂ ਦੀ ਮੁੱਠ ਲਈ, ਇੱਕ ਡੰਗ ਦੀ ਰੋਟੀ ਲਈ ਜਿਹੜੇ ਆ ਉੱਥੇ ਦਿਹਾੜੀਦਾਰ ਹੈਗੇ ਆ। ਤੇ ਕਿੱਥੇ ਪੰਜਾਬ ਦੇ ਵਿੱਚ ਤਾਂ ਦਿਹਾੜੀਦਾਰ ਵੀ 500-600 ਰੁਪਈਆ ਰੋਜ਼ ਦਾ ਖੜਦਾ, ਤੇ ਕਿਤੇ ਕਿਤੇ ਜਿਹੜੇ ਆ ਲੋਕ ਦੇਸ਼ ਦੇ ਵਿੱਚ 2 ਡੰਗ ਦੀ ਰੋਟੀ ਨਹੀਂ, 1 ਡੰਗ ਦਾ ਜਿਹੜਾ ਸਕੁਅਰ ਮੀਲ ਆ ਉਹਨਾਂ ਨੂੰ ਨਹੀਂ ਮਿਲਦਾ, ਤੇ ਇੱਥੇ ਤੁਸੀਂ 1 ਘੰਟੇ ਦੀ ਆਮਦਨ 90 ਕਰੋੜ ਦੱਸੀ ਆ। ਸੋ ਇੱਕ ਤਰ੍ਹਾਂ ਨਾਲ ਸਾਡਾ ਦੇਸ਼ ਉਹ ਹਾਲੇ ਵੀ ਚਾਹੁੰਦੇ ਆ ਵੀ ਅਸੀਂ ਬਾਕੀ ਵੀ ਖੋਹ ਲਈਏ। ਹੁਣ ਤਾਂ ਇੱਕ ਤਰ੍ਹਾਂ ਨਾਲ ਪੂਰਾ ਦੇਸ਼ ਹੀ ਇਸ ਸਰਕਾਰ ਨੇ, ਕੇਂਦਰ ਨੇ ਜਿਹੜਾ ਆ ਉਹਨਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਲੱਗਦਾ ਮੈਨੂੰ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਮਿਲਦੇ ਹਾਂ ਬ੍ਰੇਕ ਦੇ ਦੂਜੇ ਪਾਸੇ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ, ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ, ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ, ਵੱਧਦੇ ਆ ਅਗਲੀ ਗੱਲ ਨਾਲ। ਸੱਤੀ ਸਾਹਿਬ, ਇੱਕ ਤੇ ਹੈਗਾ ਵੀ ਜਿਹੜੇ ਜੇਲ੍ਹਾਂ ਦੇ DIG ਸਰਦਾਰ ਲਖਵਿੰਦਰ ਸਿੰਘ ਜਾਖੜ ਹੁਣੀ ਜੀ, ਉਹਨੇ ਅਸਤੀਫਾ ਦੇ ਦਿੱਤਾ ਕੱਲ੍ਹ। ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਹਾਲੇ ਤੱਕ ਵੀ ਠੇਕੇ ਤੋਂ ਬਿਨਾਂ ਆਪ ਕਿਸਾਨੀ ਕਰਾਉਣਾ ਹੈ ਅਤੇ ਕਰਦਾ ਹੈ, ਵੀ ਇਹ ਬਿੱਲ ਜਿਹੜੇ ਆ ਇਹ ਕਿਸਾਨਾਂ ਦੇ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਖਿਲਾਫ ਹੈ, ਅਤੇ ਉਹਨਾਂ ਨੇ DIG ਦੀ ਪੋਸਟ ਜਿਹੜੀ ਬਹੁਤ ਵੱਡੀ ਪੋਸਟ ਹੈ ਉਹ ਤੋਂ ਅਸਤੀਫਾ ਦੇ ਦਿੱਤਾ ਜੀ। ਗੱਲ ਜੀ, ਲਖਵਿੰਦਰ ਸਿੰਘ ਜਾਖੜ ਹੋਰਾਂ ਦਾ ਜਿਹੜਾ ਅਸਤੀਫਾ ਆ ਨਾ, ਇਹ ਇੱਕ ਤਰ੍ਹਾਂ ਨਾਲ ਕਿਸਾਨ ਸੰਘਰਸ਼ ਦੀ ਹਮਾਇਤ ਦਾ ਬਹੁਤ ਵੱਡਾ ਪ੍ਰਤੀਕ ਆ ਪੰਜਾਬ ਦੇ ਵਿੱਚ ਜੀ। ਭਈ ਇੱਕ ਬੰਦਾ ਜਿਹੜਾ ਏਡੀ ਵੱਡੀ ਪੋਸਟ ਤੇ ਹੋਵੇ ਜੀ, ਤੇ ਉਹ ਆਪਣੀ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਕਹਿੰਦੇ ਹੁੰਦੇ ਵੀ ਸਰਕਾਰੀ ਨੌਕਰੀ ਨੂੰ, ਆਪਣੇ ਅਹੁਦੇ ਨੂੰ ਲੱਤ ਮਾਰ ਰਿਹਾ ਕਿ ਮੈਨੂੰ ਇਹ ਨਹੀਂ ਚਾਹੀਦਾ, ਮੈਂ ਕਿਸਾਨ ਦਾ ਪੁੱਤ ਹਾਂ ਤੇ ਮੈਂ ਉਹਨਾਂ ਦਾ ਦਰਦ ਜਿਹੜਾ ਆ ਉਹ ਮਹਿਸੂਸ ਕਰਦਿਆਂ ਆਪਣੀ ਨੌਕਰੀ ਤੋਂ ਫਾਰਗ ਹੋ ਰਿਹਾ। ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਵੇਲੇ ਵੀ ਸਰਕਾਰ ਦਾ ਹੁਕਮ ਨਹੀਂ ਸੀ, ਇਹ ਸੁਪਰੀਟੈਂਡੈਂਟ ਸੀ ਪਟਿਆਲੇ ਜੇਲ੍ਹ ਦੇ, ਇਹ ਉਦੋਂ ਪਟਿਆਲੇ ਜੇਲ੍ਹ ਦੇ ਸੁਪਰਡੈਂਟ ਸੀਗੇ ਜੀ। ਤਾਂ ਇਹ ਕਹਿੰਦੇ ਸੀ ਵੀ ਇਹ ਤੁਸੀਂ ਜੋ ਵੀ ਆ ਗਲਤ ਕਰ ਰਹੇ ਆ, ਵੀ ਮੈਂ ਇਹਨੂੰ ਮੰਨਣ ਨੂੰ ਤਿਆਰ ਨਹੀਂ ਗਾ ਜੀ। ਸੋ ਅੱਜ ਉਹਨਾਂ ਨੇ ਜਿਹੜਾ ਉਹਨਾਂ ਦਾ ਅਸਤੀਫਾ ਆ ਉਹ ਪੰਜਾਬ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਹੀ ਉਹਦੀ ਚਰਚਾ ਚੱਲ ਰਹੀ ਆ ਜੀ। ਸੋ ਜਿਹੜੇ ਆਮ ਪਹਿਲਾਂ ਤੁਸੀਂ ਦੇਖੋ ਭਈ ਨਿੱਕੇ ਮੋਟੇ ਜਿਹੜੇ ਛੋਟੇ ਵੱਡੇ ਕਈ ਲੋਕ ਆ ਉਹ ਭਾਜਪਾ ਦੇ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਏ, ਉਹਨਾਂ ਨੇ ਭਾਜਪਾ ਛੱਡੀ ਜਿਹੜੀ ਸਭ ਤੋਂ ਵੱਧ ਵਿਰੋਧ ਕਰ ਰਹੀ ਆ, ਜਿਹੜੀ ਇਹਨਾਂ ਕਾਲੇ ਕਾਨੂੰਨਾਂ ਨੂੰ ਲਿਆਉਣ ਵਾਲੀ ਆ। ਸੋ ਕਿਤੇ ਕਿਤੇ ਜਦੋਂ ਜ਼ਮੀਰ ਜਾਗਦੀ ਆ ਮਨੁੱਖ ਦੀ, ਤਾਂ ਉਹ ਫਿਰ ਇਹੋ ਜਿਹਾ ਕਾਰਜ ਕਰਦਾ ਹੈ। ਲੁਕਾਈ ਦੇ ਜਿਹੜੇ ਹੱਕ ਵਾਲੇ ਹੁੰਦੇ ਆ, ਜਿਹੜੇ ਲੁਕਾਈ ਲਈ, ਜਿਹੜੇ ਓਪਰੈਸਡ ਲੁਕਾਈ ਆ, ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ, ਉਹਨਾਂ ਦੇ ਹੱਕ 'ਚ ਜਦੋਂ ਖੜ੍ਹਦੇ ਆ ਲੋਕ, ਤਾਂ ਇਤਿਹਾਸ ਉਹਨਾਂ ਨੂੰ ਫਿਰ ਯਾਦ ਰੱਖਦਾ। ਆਉਣ ਵਾਲੇ ਦਿਨਾਂ 'ਚ ਹੋਰ ਅਸਤੀਫੇ ਦੇਖ ਸਕਦੇ ਹਾਂ ਆਪਾਂ? ਸੰਭਾਵਨਾ ਤਾਂ ਦੇਖੋ ਹਰ ਗੱਲ ਦੀ ਜਿਹੜੀ ਆ ਉਹ ਸੰਭਾਵਨਾ ਇਸ ਵੇਲੇ ਪ੍ਰਗਟਾਈ ਜਾ ਰਹੀ ਆ ਵੀ ਜਾਖੜ ਸਾਹਿਬ ਵੱਲਾਂ ਦੇਖ ਕੇ ਸ਼ਾਇਦ ਹੋਰ ਕਈ ਅਫਸਰ ਸਾਹਿਬਾਨ ਜਿਹੜੇ ਕਿਸਾਨਾਂ ਦੇ ਪੁੱਤ ਨੇ, ਉਹ ਜਾਂ ਜਿਹੜੇ ਕਿਸਾਨੀ ਦੇ ਦਰਦ ਨੂੰ ਸਮਝਦੇ ਆ, ਮਹਿਸੂਸ ਕਰਦੇ ਆ, ਉਹ ਅਸਤੀਫੇ ਦੇ ਸਕਦੇ ਆ। ਅੱਛਾ, ਦਿੱਲੀ ਦੀ ਗੱਲ ਕਰਦੇ ਹਾਂ। ਇੱਕ ਤਾਂ ਚਲੋ ਕੇਜਰੀਵਾਲ ਸਾਹਿਬ ਨੇ ਵੀ ਭੁੱਖ ਹੜਤਾਲ ਅੱਜ ਕੀਤੀ ਆ ਕਿਸਾਨਾਂ ਦੇ ਹੱਕ 'ਚ, ਅਸੀਂ ਉਹਦਾ ਸਵਾਗਤ ਹੀ ਕਰ ਸਕਦੇ ਹਾਂ, ਕਿਉਂਕਿ ਚਾਹੇ ਉਹ ਪੋਲੀਟੀਕਲ ਬੰਦੇ ਹੀ ਆ ਪਰ ਕੀਤੀ ਤੇ ਹੈ ਨਾ, ਉਹਦੀ ਗੱਲ ਕਰਦੇ ਹਾਂ। ਦੂਜੀ ਗੱਲ ਆ, ਉੱਥੇ ਨਾ 2 ਧਰਨੇ ਚੱਲ ਰਹੇ ਸੀ, ਇੱਕ ਆਮ ਆਦਮੀ ਪਾਰਟੀ ਵਾਲੇ LG ਸਾਹਿਬ ਦੇ ਘਰ ਦੇ ਬਾਹਰ, ਹਾਂਜੀ, ਦੂਜੇ ਪਾਸੇ BJP ਵਾਲੇ ਜਿਹੜੇ ਆ ਉਹ ਕੇਜਰੀਵਾਲ ਸਾਹਿਬ ਦਾ ਘਰ ਘੇਰ ਕੇ ਬੈਠੇ। ਆਮ ਆਦਮੀ ਪਾਰਟੀ ਵਾਲੇ ਆਰਾਮ ਨਾਲ ਬੈਠੇ ਸੀ ਤੇ ਪੁਲਿਸ ਨੇ ਉਹਨਾਂ ਤੇ ਲਾਠੀਆਂ ਮਾਰੀਆਂ। BJP ਵਾਲੇ ਜਿਹੜੇ ਉਹ CCTV ਵੀ ਤੋੜ ਰਹੇ ਸੀ, ਕੇਜਰੀਵਾਲ ਸਾਹਿਬ ਦੇ ਘਰ ਨੂੰ ਵੀ ਨੁਕਸਾਨ ਪਹੁੰਚਾ ਰਹੇ, ਤੇ ਜਿਹੜੀ ਦਿੱਲੀ ਪੁਲਿਸ ਆ ਉਹਨਾਂ ਨੂੰ ਪਾਣੀ ਪੁੱਛ ਰਹੀ ਸੀ। ਇਹ ਕਿਹੋ ਜਿਹਾ ਮਾਹੌਲ ਬਣ ਰਿਹਾ ਦੇਸ਼ 'ਚ?
ਜਿਹੜੀ ਭਾਜਪਾ ਆ ਨਾ, ਉਹਨਾਂ ਨੂੰ ਸ਼ਾਇਦ ਭੰਨ ਤੋੜ ਤੇ ਖੂਨ ਖਰਾਬਾ ਕੀਤੇ ਬਿਨਾ ਚੈਨ ਨਹੀਂ ਆਉਂਦੀ। ਉਹ ਆਪਣੇ ਮੋਡਸ ਆਪਰੈਂਡੀ ਆ ਨਾ, ਕੰਮ ਕਰਨ ਦਾ ਢੰਗ, ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਮੋਡਸ ਆਪਰੈਂਡੀ ਆ ਭਾਜਪਾ ਵਾਲਿਆਂ ਦਾ ਭਈ ਜਦ ਤੱਕ ਭੰਨ ਤੋੜ ਨਹੀਂ ਹੁੰਦੀ, ਜਦ ਤੱਕ ਦੰਗੇ ਨਹੀਂ ਹੁੰਦੇ, ਤਦ ਤੱਕ ਸ਼ਾਇਦ ਉਹਨਾਂ ਨੂੰ ਸਵਾਦ ਨਹੀਂ ਆਉਂਦਾ। ਸੋ ਇੱਕ ਬੰਨੇ ਤਾਂ ਪੁਲਿਸ ਜਿਹੜੀ ਆ ਉਹਨਾਂ ਤੇ ਲਾਠੀਆਂ ਭਰਾ ਰਹੀ ਆ, ਉਹ ਸੀਸੀਟੀਵੀ ਵੀ ਘਰ ਦੇ ਬਾਹਰ ਤੋੜ ਰਹੇ। ਦੇਖੋ, ਇੱਕ ਕਾਇਮ ਚੀਫ ਮਿਨਿਸਟਰ ਆ ਇੱਕ ਸੂਬੇ ਦਾ, ਦਿੱਲੀ ਸਟੇਟ ਦਾ, ਤੇ ਉਹਦੇ ਘਰ ਦੇ ਬਾਹਰ ਜਿਹੜੇ ਭਾਜਪਾ ਵਾਲੇ ਆ ਉਹ ਉਧੜ ਧੁੰਮੀ ਮਚਾਉਂਦੇ ਹੋਣ, ਹੜਦੰਗ ਮਚਾਉਂਦੇ ਹੋਣ, ਤਾਂ ਉਹਨਾਂ ਨੂੰ ਪੁਲਿਸ ਕੁਛ ਨਹੀਂ ਕਹਿ ਰਹੀ। ਜੇ ਉਹ ਸ਼ਾਂਤਮਈ ਮਤਲਬ ਧਰਨਾ ਦੇ ਰਹੇ ਆ ਲੈਫਟੀਨੈਂਟ ਗਵਰਨਰ ਦੇ ਘਰ ਦੇ ਬਾਹਰ, ਤਾਂ ਉਹਨੂੰ ਉੱਥੇ ਉਹਨਾਂ ਤੇ ਲਾਠੀਆਂ ਫੇਰਦੀ ਆ। ਸੋ ਇਹ ਦੋਹਰੇ ਮਾਪਦੰਡ ਆ ਨਾ। ਸੋ ਹੁਣ ਜਿਹੜੇ ਗੋਦੀ ਮੀਡੀਆ ਆ, ਉਹ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਉਭਾਰਦੀ? ਬਿਲਕੁਲ। ਸੋ ਦੇਖੋ, ਜਿਹੜਾ ਉਹਨਾਂ ਦਾ ਮਰਨ ਵਰਤ ਤੇ ਬੈਠਣਾ ਕਿਸਾਨਾਂ ਦੇ ਹੱਕ 'ਚ, ਭਾਵੇਂ ਉਹਨਾਂ ਦੇ ਜਿਹੜੇ ਆ ਨਿੱਜੀ ਵਿਚਾਰਧਾਰਾ ਕੁਛ ਵੀ ਹੋਵੇ, ਉਹਨਾਂ ਦੀ ਪਾਰਟੀ ਦੀ ਆਪ ਦੀ ਵਿਚਾਰਧਾਰਾ ਕੁਛ ਹੋਵੇ, ਪਰ ਉਹ ਪਹਿਲਾਂ ਕਿਸਾਨਾਂ ਦੇ ਉੱਥੇ ਧਰਨੇ ਵਾਲੀ ਥਾਂ ਤੇ ਵੀ ਪੁੱਜੇ। ਉਹ ਕਹਿੰਦੇ ਮੈਂ ਚੀਫ ਮਿਨਿਸਟਰ ਵਜੋਂ ਨਹੀਂ ਆਇਆ, ਵੀ ਮੈਂ ਤਾਂ ਇੱਕ ਸੇਵਕ ਵਜੋਂ ਆਇਆ ਹੈਗਾ, ਤੇ ਨਾਲੇ ਮੈਂ ਜਿਹੜੇ ਪ੍ਰਬੰਧ ਕਰ ਰਹੇ ਆ ਦਿੱਲੀ ਸਰਕਾਰ ਇੱਥੇ ਮਤਲਬ ਧਰਨੇ ਵਾਲੇ ਕਿਸਾਨਾਂ ਲਈ, ਵੀ ਮੈਂ ਉਹ ਦੇਖਣ ਆਇਆ ਹੈਗਾ। ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹ ਕਿਤੇ ਇਸੇ ਕਰਕੇ ਬੀਜੇਪੀ ਵਾਲਿਆਂ ਨੂੰ ਅੰਦੋਲਨ ਤੇ ਨਹੀਂ, ਵੀ ਇਦਾਂ ਤਾਂ ਨਹੀਂ ਉਹ ਕਹਿ ਰਹੇ ਵੀ ਇਹ ਅੰਦੋਲਨ ਹੀ ਹੈ ਨਹੀਂ ਕਿਉਂਕਿ ਭੰਨ ਤੋੜ ਨਹੀਂ ਕਰ ਰਹੇ। ਸੋ ਮੈਨੂੰ ਤਾਂ ਇੱਦਾਂ ਹੀ ਲੱਗਦਾ ਵੀ ਉਹਨਾਂ ਨੂੰ ਜਿਹੜਾ ਇਹ ਸ਼ਾਂਤਮਈ ਅੰਦੋਲਨ ਆ ਕਿਸਾਨਾਂ ਦਾ, ਇਹ ਪਚ ਨਹੀਂ ਰਿਹਾ, ਵੀ ਤਾਂ ਹੀ ਉਹ ਇਹਨੂੰ ਅੰਦੋਲਨ ਨਹੀਂ ਸਮਝ ਰਹੇ ਜੀ। ਸੱਤੀ ਸਾਹਿਬ, ਅੱਜ 14 ਦਸੰਬਰ 2020 ਹੈ। 14 ਦਸੰਬਰ 1920 ਨੂੰ ਅਕਾਲੀ ਦਲ ਹੋਂਦ 'ਚ ਆਇਆ ਸੀ। ਸਰਦਾਰ ਗੁਰਨਾਮ ਸਿੰਘ ਝਬਾਲ ਦੇ ਪਹਿਲੇ ਪ੍ਰਧਾਨ ਸੀਗੇ, ਅੱਜ ਵੀ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ। 1920 ਤੋਂ 2020 ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ? ਪਹਿਲਾਂ ਤਾਂ ਚਲੋ ਠੀਕ ਹੀ ਰਿਹਾ, ਪਿਛਲੇ ਕੁਝ ਸਾਲਾਂ ਤੋਂ ਸਾਨੂੰ ਥੋੜ੍ਹਾ ਜਿਹਾ ਨਿਗਾਰ ਆਇਆ ਇਹ 'ਚ ਦਿਸਿਆ। ਔਰ ਵੈਸੇ ਅੱਜ ਅਕਾਲੀ ਦਲ ਵਾਲੇ ਕਹਿੰਦੇ ਅੰਮ੍ਰਿਤਸਰ 'ਚ ਵੀ ਕੁਛ ਕਰ ਰਹੇ ਆ। ਕੋਈ ਖਾਸ ਨਹੀਂ ਉਹਨਾਂ ਨੇ ਕੀਤਾ, ਕਿਉਂਕਿ 1920 ਵਾਲੇ ਅਕਾਲੀ ਦਲ ਤੇ 2020 ਵਾਲੇ ਅਕਾਲੀ ਦਲ 'ਚ ਹੋਰਾਈਜ਼ੋਨਟਲ ਡਿਫਰੈਂਸਿਸ ਨਹੀਂ, ਵਰਟੀਕਲ ਡਿਫਰੈਂਸਿਸ ਆ, ਜ਼ਮੀਨ ਅਸਮਾਨ ਦੇ ਫਰਕ ਆ। ਕਹਿੰਦੇ ਹੁੰਦੇ ਆ ਵੀ ਜੇ ਦਮੇਲ ਦਾ ਕੋਈ ਵਕਫਾ ਹੋਵੇ ਨਾ, ਦੋ ਜਣੇ ਬੈਠੇ ਹੋਣ ਤਾਂ ਉਹ ਕੁਰਸੀ ਲਾਗੇ ਕਰ ਲੈਣਗੇ, ਉਹ ਫਾਸਲਾ ਵੀ ਇੱਕਦਮ ਹੀ ਮਿਟ ਜਾਂਦਾ ਹੈਗਾ। ਪਰ ਜਿਹੜੇ ਜ਼ਮੀਨ ਅਸਮਾਨ ਦੇ ਫਾਸਲੇ ਹੁੰਦੇ ਆ ਨਾ, ਉਹ ਵੱਡੇ ਫਾਸਲੇ ਹੁੰਦੇ ਆ, ਤੇ ਉਹ ਸਹਿਜੇ ਕਿਤੇ ਜਿਹੜੇ ਆ ਉਹ ਚਿੱਤਰਪੱਟ ਤੋਂ ਪਾਸੇ ਨਹੀਂ ਹੁੰਦੇ। ਉਹ ਜਿਹੜਾ 1920 ਵਾਲਾ ਅਕਾਲੀ ਦਲ ਸੀਗਾ ਨਾ, ਉਹ ਧਰਮ ਨੂੰ ਸੱਚਮੁੱਚ ਦਾ ਪ੍ਰਣਾਇਆ ਹੋਇਆ ਅਕਾਲੀ ਦਲ ਸੀ। ਅੱਛਾ, ਉਹ ਮੈਂ ਨਾਂ ਥੋੜ੍ਹਾ ਜਿਹਾ ਗਲਤ ਲੈ ਗਿਆ, ਉਹ ਸਰਦਾਰ ਗੁਰਮੁਖ ਸਿੰਘ ਝਬਾਲ ਸੀ। ਗੁਰਮੁਖ ਸਿੰਘ ਝਬਾਲ ਹੋਰੀ। ਜੀ। ਤੇ ਉਹ ਅੱਜ ਵਾਲਾ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਸੁੱਖ ਨਾਲ, ਉਹ ਕੁਨਬਾ ਪਰਵਰੀ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਧਾਨ ਕੀਤਾ ਹੀ ਕੁਨਬਾ ਪਰਵਰੀ ਹੈ। ਠੀਕ ਹੈ, ਵੀ ਆਪਣੇ ਸਰਦਾਰ ਨੇ ਆਪਣਾ ਪਿਓ, ਆਪਣਾ ਸਾਲਾ, ਠੀਕ ਹੈ, ਫਿਰ ਆਪਣਾ ਜੀਜਾ ਕੈਰੋਂ ਹੋਰੀ। ਸੋ ਉਹਨਾਂ ਨੇ ਤਾਂ ਆਪਣੇ ਪਰਿਵਾਰ ਦੀ ਹੀ ਪੁਸ਼ਤਪਨਾਹੀ ਕੀਤੀ ਆ, ਤੇ ਕੁਨਬਾ ਪਰਵਰੀ ਨੂੰ ਰੱਜ ਕੇ ਉਤਸ਼ਾਹਿਤ ਕੀਤਾ। ਸਾਰੇ ਅਹੁਦੇ ਵੀ ਆਪਣੇ ਕੋਲ, ਜਿਹਨੂੰ ਦੇਖਿਆ ਕੱਢਤਾ, ਜਿਹਨੂੰ ਦੇਖਿਆ ਰੱਖ ਲਿਆ। ਉਹਨਾਂ ਨੇ ਤਾਂ ਸਿੱਖ ਸੰਸਥਾਵਾਂ ਜਿਹੜੀਆਂ ਆ ਉਹਨਾਂ ਨੂੰ ਵੀ ਖਿਡੌਣਾ ਬਣਾ ਦਿੱਤਾ, ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ। ਵੀ ਸਾਡੇ ਸਾਹਮਣੇ ਆ ਪਿਛਲੇ ਕੁਛ ਵਰ੍ਹਿਆਂ ਦੀਆਂ ਉਦਾਹਰਨਾਂ, ਵੀ ਕਿਵੇਂ SGPC ਦੇ ਪ੍ਰਧਾਨ ਬਣਦੇ ਆ ਤੇ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਜਾਂਦੇ ਆ। ਬਿਲਕੁਲ। ਸੋ ਅੱਜ ਉਹਨਾਂ ਨੇ ਉੱਥੇ ਭੋਗ ਪਾਏ ਆ, ਅਰਦਾਸਾਂ ਕੀਤੀਆਂ। ਉਸ ਤੋਂ ਬਾਅਦ ਸੁੱਖ ਨਾਲ ਗੋਲਡਨ ਗੇਟ ਤੇ ਧਰਨਾ ਵੀ ਦਿੱਤਾ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਤੇ ਹੋਰ ਜਿਹੜੇ ਆਗੂ ਆ, ਉਹ ਸਾਰੇ ਉੱਥੇ ਬੈਠੇ ਆ। ਹਰਚਰਨ ਬੈਂਸ ਜਿਹੜੇ ਉਹਨਾਂ ਦੇ ਮੀਡੀਆ ਸਲਾਹਕਾਰ ਆ, ਜਾਂ ਜਿਹੜੇ ਸਮੁੱਚਾ ਅਕਾਲੀ ਲੀਡਰਸ਼ਿਪ 'ਚੋਂ ਬਹੁਤੀ ਉੱਥੇ ਬੈਠੀ ਹੈਗੀ ਆ। ਸੋ ਇਹ ਵੀ ਕਿਹਾ ਵੀ, ਕਿਸੇ ਨੇ ਸਵਾਲ ਕੀਤਾ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ, ਉਹ ਕਹਿੰਦੇ ਦੇਖੋ ਜੀ, ਸੁਖਬੀਰ ਬਾਦਲ ਕਹਿ ਰਹੇ ਆ ਵੀ ਅਨੰਦਪੁਰ ਸਾਹਿਬ ਦਾ ਮਤਾ ਤਾਂ ਅਸੀਂ ਲਿਆਂਦਾ ਸੀ, ਉਦੋਂ ਕਹਿੰਦੇ ਸੀ ਇਹ ਵੱਖਵਾਦੀ ਮਤਾ ਆ, ਤੇ ਅਸੀਂ ਤਾਂ ਸੰਘੀ ਢਾਂਚੇ ਤੇ ਉਦੋਂ ਦਾ ਹੀ ਜ਼ੋਰ ਦੇ ਰਹੇ ਹਾਂ। ਜੀ। ਉਹ ਅਗਲਾ ਸਵਾਲ ਕਰ ਰਹੇ ਵੀ ਤੁਸੀਂ ਜਦੋਂ ਭਾਜਪਾ ਨਾਲ ਹਕੂਮਤ ਸਾਂਭੀ ਹੋਈ ਸੀ, ਉਦੋਂ ਇਹ ਮਤਾ ਤੁਹਾਡਾ ਕਿੱਥੇ ਸੀਗਾ? ਤਾਂ ਫਿਰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਗੱਲਾਂ ਦੁਬਾਰਾ ਦੁਹਰਾ ਰਹੇ ਸੀ ਵੀ ਅਸੀਂ ਪੰਜਾਬ ਨੂੰ ਜਿਹੜਾ ਆ ਉਹ ਜੀ ਸੜਕਾਂ ਦਾ ਜਾਲ ਵਿਛਾਇਆ, ਆਪਣਾ ਜਿਹੜਾ ਪੁਲਾਂ ਦਾ ਜਾਲ ਵਿਛਾਇਆ, ਅਸੀਂ ਉਹਨੂੰ ਅਮਰੀਕਾ ਕੈਨੇਡਾ ਵਰਗਾ ਬਣਾਉਣਾ ਚਾਹੁੰਦੇ ਸੀ, ਅਸੀਂ ਆਸਟ੍ਰੇਲੀਆ ਸੜਕ ਨਹੀਂ ਟੁੱਟਣੀ, ਨਿਊਜ਼ੀਲੈਂਡ ਵਰਗਾ ਬਣਾਉਣਾ ਚਾਹੁੰਦੇ ਸੀ। ਤਾਂ ਉਹ ਕਹਿੰਦੇ ਭਈ ਅਸੀਂ ਇਹਨੂੰ ਇੰਡਸਟਰੀਅਲ ਤੇ IT ਹੱਬ ਬਣਾਉਣੀ ਚਾਹੁੰਦੇ ਹਾਂ, ਵੀ ਜੇ ਅਕਾਲ ਪੁਰਖ ਸਾਡੇ ਤੇ ਮਿਹਰ ਕਰਦਾ,
ਸਾਡੇ ਕੋਲ ਫਿਰ ਹਕੂਮਤ ਆਉਂਦੀ ਆ ਤੇ ਅਸੀਂ ਇਹ ਸਾਰਾ ਕੁਝ ਕਰਾਂਗੇ। ਤੇ ਉਹਦੇ ਲਈ ਵੀ 2 ਜ਼ਰੂਰੀ ਚੀਜ਼ਾਂ ਜਿਹੜੀਆਂ ਆ ਵੀ ਹੈਲਥ ਸੈਕਟਰ ਤੇ ਵਿੱਦਿਆ, ਵੀ ਅਸੀਂ ਚਾਹੁੰਦੇ ਆ ਸਾਡੇ ਜਿਹੜੇ ਨੌਜਵਾਨ ਉਹ ਪੜ੍ਹਨ ਤੇ ਹੈਲਥ ਸੈਕਟਰ ਨੂੰ ਵੀ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਆ। ਸੋ ਇਹ ਸਾਰੇ ਜਿਹੜੇ ਹਵਾਈ ਕਿਲੇ ਆ ਲੋਕਾਂ ਨੇ ਅੱਗੇ ਦੇਖ ਲਏ ਆ, ਸੁੱਖ ਨਾਲ 10-15 ਸਾਲ ਇਹਨਾਂ ਨੇ ਹਕੂਮਤ ਵੀ ਕਰ ਲਈ ਆ, ਤੋ ਹੁਣ ਫਿਰ ਇਹੋ ਜਿਹੀ ਆਸ ਰੱਖ ਕੇ ਬੈਠੇ ਆ ਜੀ। ਅੱਛਾ, ਬਣਨ ਬਣਾਉਣ ਦੀ ਤੁਸੀਂ ਗੱਲ ਕੀਤੀ ਆ, ਆਪਣੇ ਇੱਕ ਸਟਾਰ ਨੇ ਇੱਥੇ ਬਹੁਤ ਵਧੀਆ ਅਦਾਕਾਰ ਸੀ, ਆਪਣੇ ਹੁਣ ਤੋਂ ਸ਼ਾਇਦ ਫਿਲਮਾਂ ਛੱਡ ਗਏ, ਕਮਲ ਹਸਨ ਹੁਣੀ। ਕਮਲ ਹਸਨ ਹੁਣੀ ਇੱਕ ਪਾਰਟੀ ਬਣਾਈ, ਅੱਜ ਕੱਲ੍ਹ ਉਹ ਸਿਆਸਤ ਦੇ ਵਿੱਚ ਸਰਗਰਮ ਨੇ। ਉਹਨਾਂ ਨੇ ਕੱਲ੍ਹ ਇੱਕ ਬਿਆਨ ਦਿੱਤਾ, ਕਹਿੰਦੇ ਜਿਸ ਦੇਸ਼ ਦੀ ਅੱਧੀ ਆਬਾਦੀ ਭੁੱਖ ਨਾਲ ਗ੍ਰਸਤ ਹੋਵੇ ਉੱਥੇ ਨਵਾਂ ਪਾਰਲੀਮੈਂਟ ਹਾਊਸ ਦੇ ਉੱਤੇ ਪੈਸੇ ਬਰਬਾਦ ਕਰਨ ਦੀ ਕੀ ਲੋੜ ਹੈ। ਹਾਂਜੀ, ਹਜ਼ਾਰਾਂ ਕਰੋੜਾਂ ਰੁਪਈਆ, ਜਿਹੜਾ 1000 ਕਰੋੜ ਰੁਪਈਏ ਦੇ ਨੇੜੇ ਤੇੜੇ ਉੱਤੇ ਖਰਚ ਕਰ ਰਹੇ ਆ। ਸੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਫਿਰ ਇਹਦੇ ਵਿੱਚੋਂ ਜਿਹੜਾ ਆ ਹਿੱਸਾ ਪੱਤੀਆਂ ਜਾਣਗੀਆਂ ਜੀ। ਸੋ ਕਈ ਸਾਡੀ ਪਹਿਲੀ ਗੱਲ ਤਾਂ ਇਹ ਵੀ ਅੰਗਰੇਜ਼ਾਂ ਨੇ ਆਪਣੀਆਂ ਬਹੁਤੀਆਂ ਇਮਾਰਤਾਂ ਦੇਸ਼ ਦੀਆਂ, ਚਾਹੇ ਉਹ ਲਾਲ ਕਿਲ੍ਹਾ, ਚਾਹੇ ਤਾਜ ਮਹਿਲ ਆ, ਚਾਹੇ ਪਾਰਲੀਮੈਂਟ ਹਾਊਸ ਆ, ਚਾਹੇ ਉਹ ਕਨਾਟ ਪਲੇਸ ਆ, ਜਾਂ ਦੇਸ਼ ਦੀਆਂ ਹੋਰ ਜਿਹੜੀਆਂ ਆ ਵੀ ਉਹ ਉਹਨਾਂ ਵੇਲਿਆਂ ਦੇ ਰਾਜੇ ਮਹਾਰਾਜਿਆਂ ਨੇ ਜੀ, ਜਾਂ ਮੁਗਲਾਂ ਨੇ ਤੇ ਜਾਂ ਅੰਗਰੇਜ਼ਾਂ ਨੇ। ਸੋ ਪਾਰਲੀਮੈਂਟ ਹਾਊਸ ਜਿਹੜਾ ਆ ਉਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦਾ ਪ੍ਰਤੀਕ ਹੈਗਾ। 1927 ਚ ਮੇਰੇ ਖਿਆਲ ਬਣਿਆ ਉਹ। ਹਾਂਜੀ, ਜ਼ਿਆਦਾ ਦੇਰ ਵੀ ਨਹੀਂ 100 ਹੋਈ, ਸਾਲ ਨਹੀਂ ਹੋਇਆ। ਤੇ ਇਮਾਰਤਾਂ ਜਿਹੜੀਆਂ ਆ, ਕੱਲ੍ਹ ਹੀ ਅਖਬਾਰਾਂ 'ਚ ਮੀਡੀਆ ਤੇ ਆ ਰਿਹਾ ਸੀਗਾ ਵੀ ਜਿਹੜਾ ਆ 800 ਸਾਲ ਪੁਰਾਣੀਆਂ ਹਾਲੇ ਇਟਲੀ ਦੀ ਜਿਹੜੀ ਪਾਰਲੀਮੈਂਟ ਹਾਊਸ ਆ, ਬਿਲਕੁਲ ਤਕਰੀਬਨ 800 ਸਾਲ ਪੁਰਾਣਾ ਆ, 8 ਸਦੀਆਂ ਹੋ ਗਈਆਂ। ਤੇ ਸਾਡੇ ਤਾਂ ਹਾਲੇ 1 ਸਦੀ ਵੀ ਨਹੀਂ ਹੋਈ। ਦੇਸ਼ ਦੀ ਪਾਰਲੀਮੈਂਟ ਹਾਊਸ ਜਿਹੜਾ ਉਹ ਨਵਾਂ ਬਣਾਉਣ ਦੀ ਕੀ ਲੋੜ ਪੈ ਗਈ ਆ। ਸੋ ਇੱਥੇ ਕਮਲ ਹਸਨ ਹੋਰਾਂ ਦੀ ਗੱਲ ਬਿਲਕੁਲ ਠੀਕ ਹੈ ਭਈ ਅੱਧੀ ਆਬਾਦੀ ਨਹੀਂ, ਜਿਹੜੀ ਅੱਧੀਓਂ ਬਹੁਤੀ ਆਬਾਦੀ ਆ ਉਹ ਢਿੱਡ ਭਰ ਕੇ ਰੋਟੀ ਖਾ ਕੇ ਨਹੀਂ ਸੌਂਦੀ ਰਾਤ ਨੂੰ। ਅੱਧੀ ਤੋਂ ਬਹੁਤੀ ਆਬਾਦੀ ਜਿਹੜੀ ਆ ਭੁੱਖੇ ਢਿੱਡ ਸੌਂਦੀ ਆ। ਤੇ ਜਿਹੜਾ ਅਨਾਜ ਆ ਉਹ ਖੁੱਲ੍ਹੇ ਅਸਮਾਨ ਹੇਠ ਜਾਂ ਗੋਦਾਮਾਂ 'ਚ ਰੁਲ ਰਿਹਾ। ਸੋ ਇਹੋ ਜਿਹੇ ਦੇਸ਼ ਦੇ ਵਿੱਚ ਨਵੀਂ ਪਾਰਲੀਮੈਂਟ ਹਾਊਸ ਜਿਹੜਾ ਆ, ਨਵਾਂ ਪਾਰਲੀਮੈਂਟ ਹਾਊਸ, ਉਹਨੂੰ ਬਣਾਉਣ ਦੀ ਕੀ ਲੋੜ ਪੈ ਗਈ ਤੇ ਉਹਦੀ ਕੀ ਤੁਕ ਆ। ਜੀ, ਅੱਜ ਤੋਂ 1 ਸਾਲ ਪਹਿਲਾਂ ਸੱਤੀ ਸਾਹਿਬ ਇਸੇ ਸਰਕਾਰ ਨੇ ਇੱਕ ਹੋਰ ਕਾਨੂੰਨ ਲਿਆਂਦਾ ਸੀਗਾ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਜਿਹੜਾ ਐਕਟ ਸੀਗਾ, ਤੇ NRC ਨੈਸ਼ਨਲ ਜਿਹੜਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ, ਹਾਂਜੀ, ਤੇ CAA ਤੇ NRC ਉਹ ਲਿਆਂਦਾ ਸੀਗਾ। ਉਹਨੇ ਐਸਾ ਉਬਾਲ ਦੇਸ਼ ਦੇ ਵਿੱਚ ਉੱਠਿਆ, ਪੈਦਾ ਕੀਤਾ ਵੀ ਉਦੋਂ ਕਾਫੀ ਲੋਕ ਮਰੇ ਵੀ, ਹੈ ਨਾ, ਬਿਨਾਂ ਗੱਲ ਤੋਂ ਉਹਨਾਂ ਤੇ ਲਾਠੀ ਚਾਰਜ ਕੀ, ਗੋਲੀਆਂ ਤੱਕ ਚੱਲੀਆਂ, ਔਰ ਉਹਨਾਂ ਲੋਕਾਂ ਤੇ ਜਿਹੜੇ ਉਹਦਾ ਵਿਰੋਧ ਕਰ ਰਹੇ ਸੀ ਉਹਨਾਂ ਤੇ ਕੇਸ ਦਰਜ ਕੀਤੇ, ਚਾਹੇ ਮਰੇ ਉਹ ਪੁਲਿਸ ਦੀ ਗੋਲੀ ਨਾ, ਪਰ ਕੇਸ ਫਿਰ ਉਹਨਾਂ ਤੇ। ਸੋ ਅੱਜ ਉਹਨੂੰ 1 ਸਾਲ ਹੋ ਗਿਆ, ਅੱਜ ਫਿਰ ਇੱਕ ਅੰਦੋਲਨ ਬੈਠਾ ਆ, ਅੱਜ ਫਿਰ ਲੋਕੀ ਜਾ ਕੇ ਦਿੱਲੀ ਘੇਰ ਕੇ ਬੈਠੇ ਆ। ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ CAA NRC ਬਾਰੇ ਜਿਹੜੀ ਗੱਲ ਆ ਵੀ ਉਹ ਖਤਮ ਹੋ ਗਈ ਜਾਂ ਹਾਲੇ ਇਹਨਾਂ ਦੇ ਮੱਥ ਹੈਗੀ ਆ? ਪਿਛਲੇ ਦਿਨੀ ਇਹਨਾਂ ਨੇ ਜਿਹੜਾ ਆ ਇੱਕ ਸੁਪਰੀਮ ਕੋਰਟ ਦੇ ਵਕੀਲ ਜਿਹੜੇ ਆ ਉਹ ਕਿਸਾਨਾਂ ਦੇ ਧਰਨੇ ਵਾਲੀ ਥਾਂ ਸਿੰਘੂ ਬਾਰਡਰ ਤੇ ਆਈ ਸੀ। ਬਿਲਕੁਲ। ਉਹ ਕਹਿੰਦੇ ਵੀ ਇਹ ਜਿਹੜੀ ਉਹ ਸ਼ਬਦ ਵਰਤ ਰਹੇ ਸੀ, ਧੱਕਾ ਜੀ ਕੇਂਦਰੀ ਹਕੂਮਤ ਕਰਦੀ ਆ, ਸਾਡੀ ਕੇਂਦਰ ਸਰਕਾਰ ਕਰਦੀ ਆ, ਇਹ ਵੀ ਪਹਿਲੀ ਵਾਰ ਨਹੀਂ ਹੋਇਆ। ਵੀ ਮੋਦੀ ਸਾਹਿਬ ਪਹਿਲਾਂ ਵੀ ਝੁਕੇ ਆ, ਉਦੋਂ ਇਹਨਾਂ ਕਾਨੂੰਨਾਂ ਸੰਬੰਧੀ ਕਹਿੰਦੇ ਝੁਕੇ ਆ, ਵੀ ਇੱਦਾਂ ਹੀ ਉਹ ਕਾਹਲੀ ਪਾਰਲੀਮੈਂਟ 'ਚ ਪਾਸ ਕੀਤੇ ਗਏ ਕਾਨੂੰਨ ਬਣੇ, ਅੱਜ ਤੱਕ ਉਹਨਾਂ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕੀ ਸਰਕਾਰ ਜੀ। ਸੋ ਜਿਹੜੇ ਖੇਤੀ ਕਾਨੂੰਨ ਆ, ਇਹ ਹੁਣ ਨਵਾਂ ਮੁੱਦਾ ਹੈਗਾ। ਸੋ ਆਪਾਂ ਦੇਖਣਾ ਹੈਗਾ ਵੀ ਆਇਆ ਸਰਕਾਰ ਜਿਹੜਾ ਇਹ 1 ਸਾਲ ਪਹਿਲਾਂ ਬਣੇ ਸੀ ਕਾਨੂੰਨ, ਉਹਨਾਂ ਨੂੰ ਤਾਂ ਅਜੇ ਤੱਕ ਲਾਗੂ ਨਹੀਂ ਹੋਏ, ਤੇ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਨੂੰ ਲਾਗੂ ਕਰਦੀ ਆ ਜਾਂ ਵਾਪਸ ਲੈਂਦੀ ਆ ਜੀ। ਸੋ ਇਹ ਬਹੁਤ ਸਾਰੇ ਮੁੱਦੇ ਨੇ ਦੇਸ਼ ਦੇ ਵਿੱਚ। ਕੱਲਾ ਜਿਹੜਾ ਸਿਟੀਜ਼ਨ ਰਜਿਸਟ੍ਰੇਸ਼ਨ ਐਕਟ, ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਐਕਟ ਆ, ਉਹ ਜਾਂ ਜਿਹੜੇ ਖੇਤੀ ਕਾਨੂੰਨ ਨੇ, ਸਾਡੀ ਸਰਕਾਰ ਜਿਹੜੀ ਆ ਇਹ ਇਸ ਵੇਲੇ ਅੰਦਰੂਨੀ ਤੌਰ ਤੇ ਵੀ ਹਿੱਲੀ ਹੋਈ ਆ ਜੀ। ਜਿਹੜੀਆਂ ਲੋਕ ਲਹਿਰਾਂ ਉੱਠੀਆਂ ਨੇ, ਜਾਂ ਜਿਹੜੀ ਮੌਜੂਦਾ ਲੋਕ ਲਹਿਰ ਹੈਗੀ ਆ, ਇਹਨੂੰ ਮੈਂ ਲੋਕ ਲਹਿਰ ਕਹਾਂਗਾ। ਇਹ ਅੰਦੋਲਨ ਕੱਲਾ ਪੰਜਾਬ ਦੇ ਲੋਕਾਂ ਦਾ ਨਹੀਂ ਗਾ, ਇਹ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਇਸ ਵੇਲੇ। ਤਾਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਜਰਕੀ ਹੋਈ, ਇੱਕ ਬੰਨੇ ਦਬਕ ਵੀ ਰਹੀ ਆ ਜੀ, ਇੱਕ ਬੰਨੇ ਗੱਲਬਾਤ ਲਈ ਸੱਦ ਰਹੀ ਆ। ਸੋ ਮੈਨੂੰ ਲੱਗਦਾ
ਕੁਛ ਜਿੱਦਾਂ ਹੁਣ ਉਹਨਾਂ ਨੇ ਭਰਮ ਪੈਦਾ ਕੀਤਾ ਵੀ ਉਹ ਜੀ ਦੇਸ਼ 'ਚ ਉੱਥੋਂ ਕਿਸਾਨ ਆਏ, ਉੱਥੋਂ ਆਏ, ਉਹਨਾਂ ਦੀ ਮੀਟਿੰਗ ਪੀਯੂਸ਼ ਗੋਇਲ ਨਾਲ ਹੋਈ, ਉਹਨਾਂ ਦੀ ਨਰਿੰਦਰ ਤੋਮਰ ਨਾਲ ਹੋਈ। ਇਹ ਸਾਰਾ ਜਿਹੜਾ ਆ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਆ। ਪਰ ਮੈਨੂੰ ਆਸ ਆ ਵੀ 1-2 ਦਿਨ ਦੇ ਵਿੱਚ ਸਰਕਾਰ ਫਿਰ ਸੱਦੇਗੀ ਜੀ ਤੇ ਸ਼ਾਇਦ ਕਿਸੇ ਨਾ ਕਿਸੇ ਸਾਰਥਕ ਸਿੱਟੇ ਤੇ ਨਿਕਲੇਗੀ। ਮੈਂ ਇਹੋ ਜਿਹੀ ਉਮੀਦ ਕਰਦੇ ਹਾਂ। ਵੈਸੇ ਤੇ ਬੀਜੇਪੀ ਵਾਲੇ ਜੋ ਮੂੰਹ ਆਉਂਦਾ ਬੋਲੀ ਜਾਂਦੇ ਨੇ, ਪਰ ਇਹਨਾਂ ਨੇ ਇੱਕ ਨਾ MP ਆ ਸਾਧਵੀ ਪ੍ਰਗਿਆ ਠਾਕੁਰ, ਜਿਹਦੇ ਤੇ ਬੜੇ ਤਰ੍ਹਾਂ ਦੇ ਇਲਜ਼ਾਮ ਲੱਗੇ ਆ, ਕੇਸ ਚੱਲਦੇ ਰਹੇ ਆ। ਹੁਣ ਉਹਨੇ ਕੱਲ ਪਰਸੋਂ ਇੱਕ ਬਿਆਨ ਮੈਂ ਪੜ੍ਹ ਰਿਹਾ ਸੀ, ਉਹਦਾ ਬੜਾ ਗਲਤ ਬਿਆਨ ਆ। ਉਹ ਕਹਿੰਦੀ ਸ਼ੂਦਰ ਨੂੰ ਜਦੋਂ ਸ਼ੂਦਰ ਕਹਿ ਦਿਓ ਤਾਂ ਉਹਨੂੰ ਗੁੱਸਾ ਕਿਉਂ ਆਉਂਦਾ। ਤੇ ਇਹੋ ਜਿਹੇ ਬੜਬੋਲੇ ਇਹਨਾਂ ਦੇ ਦੂਸਰੇ ਨੇ, ਜਦ ਕਿ ਇਹਨਾਂ ਦੇ ਉੱਤੇ ਆਪ ਤੇ ਇਲਜ਼ਾਮ ਆ। ਔਰ ਮੈਨੂੰ ਲੱਗਾ ਵੀ ਇਹ ਜਿਹੜਾ ਇਹਦਾ ਆਨਸਰ ਮੈਂ ਖੁਦ ਵੀ ਦੇਖਿਆ, ਵੈਸੇ ਤੁਹਾਤੋਂ ਵੀ ਪੁੱਛਦਾ, ਮੈਂ ਕਿਹਾ ਇਹ ਇੱਦਾਂ ਹੀ ਲੱਗਦਾ ਹੋਊਗਾ ਜਿੱਦਾਂ ਤੁਹਾਡੇ ਕੀਤੇ ਕੰਮਾਂ ਨੂੰ ਭਗਵਾਂ ਆਤੰਕਵਾਦ ਕਹਿ ਦਿਓ। ਜੀ ਦੇਖੋ, ਇਹ ਭਗਵਾਂ ਜਿਹੜਾ ਆਤੰਕਵਾਦ ਆ, ਭਗਵਾਂ ਅੱਤਵਾਦ ਆ, ਉਹਦੇ ਤੋਂ ਬਹੁਤ ਚਿੜਦੇ ਆ ਜੀ। ਤੇ ਦੇਸ਼ ਵਿੱਚ ਭਗਵਾਂ ਅੱਤਵਾਦ ਜਿਹੜਾ ਉਹ ਹਰ ਪਾਸੇ ਸਾਨੂੰ ਇਸ ਵੇਲੇ ਦਿਸ ਰਿਹਾ, ਉਹਦੀ ਸ਼ਾਇਦ ਇਹਨਾਂ ਨੂੰ ਤਕਲੀਫ ਹੁੰਦੀ ਆ ਜੀ। ਤਾਂ ਸ਼ੂਦਰ ਨੂੰ ਸ਼ੂਦਰ ਪ੍ਰਗਿਆ ਠਾਕੁਰ ਕਹਿੰਦੀ ਆ, ਕਹਿਣ 'ਚ ਕੀ ਹਰਜ ਆ। ਪਹਿਲੀ ਗੱਲ ਤਾਂ ਇਹ ਪਈ, ਪੰਜਾਬ ਉਹ ਸੂਬਾ ਆ ਜਿੱਥੇ ਇਹ ਹੱਦਾਂ ਬੰਨੇ ਜਿਹੜੇ ਆ ਉਹ ਜੇ 100% ਨਹੀਂ ਤਾਂ ਉਹ 95% ਮਿਟ ਚੁੱਕੇ ਆ। ਬਿਲਕੁਲ ਸਹੀ ਗੱਲ ਹੈ। ਇੱਥੇ ਜਾਤਾਂ ਪਾਤਾਂ ਨੂੰ ਕੋਈ ਨਹੀਂ ਮੰਨਦਾ, ਠੀਕ ਆ। ਇਹ ਜਿਹੜਾ ਹੱਦਾਂ ਬੰਨੇ ਆ, ਇਹ ਪਹਿਲਾਂ ਹੀ ਪੰਜਾਬ ਦੇ ਲੋਕ ਮੇਚ ਚੁੱਕੇ ਆ। ਸਾਡੀ ਗੁਰੂਆਂ ਪੀਰਾਂ ਦੀ, ਪੈਗੰਬਰਾਂ ਦੀ ਧਰਤੀ ਆ, ਸੂਫੀ ਸੰਤਾਂ ਦੀ ਧਰਤੀ ਆ, 10 ਪਾਤਸ਼ਾਹੀਆਂ ਦੀ ਧਰਤੀ ਆ। ਬਿਲਕੁਲ 10ਮ ਪਾਤਸ਼ਾਹ ਜਿਹੜੇ ਆ ਉਹ ਇਹ ਭੇਦਭਾਵ 1699 'ਚ, ਅੱਜ ਤੋਂ 300 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਪਹਿਲਾਂ ਮਿਟਾ ਚੁੱਕੇ ਸੀ। ਅੱਛਾ, ਇੱਕ ਗੱਲ ਹੋਰ ਉਹਨੇ ਕਹੀ, ਕਹਿੰਦੀ ਇਹ ਤਾਂ ਸਾਡੇ ਧਾਰਮਿਕ ਗ੍ਰੰਥਾਂ 'ਚ ਲਿਖਿਆ, ਇਹਦਾ ਮਤਲਬ ਮਨੂ ਸਮ੍ਰਿਤੀ ਹੀ ਮੰਨਣੀ ਇਹਨਾਂ ਨੇ। ਮਨੂ ਸਮ੍ਰਿਤੀ ਜਿਹੜੀ ਆ, ਜਿਹੜਾ ਲੋਕਾਂ ਨੂੰ ਵਰਨਾਂ ਦੇ ਵਿੱਚ ਵੰਡਦੀ ਆ, ਉਹਨੂੰ ਹਜੇ ਵੀ ਇਹ ਆਪਣੇ ਏਜੰਡੇ ਤੇ ਰੱਖਦੇ ਆ। ਬਿਲਕੁਲ। ਤੁਸੀਂ ਬਿਹਾਰ, ਜਿਹੜਾ ਝਾਰਖੰਡ ਹੈ, ਮੱਧ ਪ੍ਰਦੇਸ਼ ਆ, ਮਹਾਰਾਸ਼ਟਰ ਆ, ਗੁਜਰਾਤ ਆ, ਮਾਨਯੋਗ ਪ੍ਰਧਾਨ ਮੰਤਰੀ ਸਾਡਿਆਂ ਦਾ ਸੂਬਾ, ਅਜੇ ਵੀ ਉਹਨਾਂ ਸੂਬਿਆਂ 'ਚ ਜਾ ਕੇ ਦੇਖੋ ਤੇ ਜਾਤੀ ਵੰਡ ਜਿਹੜੀ ਆ ਉਹ ਤੁਹਾਨੂੰ ਸਾਫ਼ ਨਜ਼ਰ ਆਉਂਦੀ ਆ। ਬਿਲਕੁਲ। ਹੋਰ ਤਾਂ ਹੋਰ ਕਈ ਸੂਬਿਆਂ ਦੇ ਵਿੱਚ ਜਿਹੜਾ ਉੱਪਰਲੀਆਂ ਜਾਤਾਂ ਨਾਮ ਨਿਹਾਦ, ਉਹਨਾਂ ਵਾਲੇ ਨਾ ਨਿਮਨ ਵਰਗ ਦੇ ਲੋਕ ਨਹੀਂ ਰੱਖ ਸਕਦੇ। ਬਿਲਕੁਲ। ਘੋੜੀ ਤੇ ਨਹੀਂ ਚੜ੍ਹ ਸਕਦੇ। ਗੁਜਰਾਤ ਦੇ ਵਿੱਚ ਹੀ ਮਤਲਬ ਲਾੜਾ ਇੱਕ ਦਲਿਤ ਘੋੜੀ ਤੇ ਚੜ੍ਹਦਾ ਤੇ ਉਹਨੂੰ ਜਿਹੜੇ ਉੱਪਰਲੀਆਂ ਜਾਤਾਂ ਦੇ ਗੁੰਡੇ ਆਣ ਕੇ ਕੁੱਟਦੇ ਨੇ। ਬਿਲਕੁਲ। ਸੋ ਇਹੋ ਜਿਹੇ ਬਖਰੇਵੇਂ ਜਿਹੜੇ ਆ ਅਜੇ ਵੀ ਦੇਸ਼ ਵਿੱਚ ਬਹੁਤ ਥਾਵਾਂ ਤੇ ਹੈਗੇ ਆ, ਖਾਸ ਕਰਕੇ ਜਿੱਥੇ ਇਹੋ ਜਿਹੇ ਪ੍ਰਗਿਆ ਠਾਕੁਰ ਵਰਗੇ ਲੋਕ ਕਾਰਜਸ਼ੀਲ ਨੇ। ਨਹੀਂ, ਪਰ ਇਹੋ ਜਿਹੀ ਸੋਚ ਵਾਲੇ ਬੰਦੇ ਨੂੰ MP ਰਹਿਣ ਦਾ ਹੱਕ ਹੈ। ਦੇਖੋ, ਇਹ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਜਾਂਦਾ। ਬਿਲਕੁਲ। ਠੀਕ ਹੈ, ਸਾਡਾ ਸੰਵਿਧਾਨ ਜਿਹੜਾ ਆ ਉਹ ਇਹੋ ਜਿਹੀਆਂ ਵੰਡਾਂ ਨੂੰ ਖਤਮ ਕਰਦਾ ਹੈਗਾ ਜੀ। ਫਿਰ ਉਹ ਰੈਜ਼ਰਵੇਸ਼ਨ ਦਾ ਰੌਲਾ ਕਿਤੇ ਕਿਤੇ ਪਾਉਂਦੇ ਆ। ਮੈਂ ਕਹਿੰਦਾ ਵੀ ਉਹ ਜਿਹੜਾ ਆ ਇੱਕ ਸੀਮਤ ਸਮੇਂ ਲਈ ਰੈਜ਼ਰਵੇਸ਼ਨ ਜਿਹੜੀ ਆ ਉਹਨੂੰ ਉਹਨਾਂ ਨੇ ਲਾਗੂ ਕੀਤਾ ਸੀ ਜੀ। ਫਿਰ ਇਹ ਸਰਕਾਰਾਂ, ਇਹ ਸਿਆਸਤਦਾਨ ਆਪਣੇ ਫਾਇਦੇ ਲਈ ਉਹਨੂੰ ਲਗਾਤਾਰ ਜਿਹੜਾ ਉਹ ਜਾਰੀ ਰੱਖਦੇ ਰਹੇ ਆ ਜੀ। ਕਿਉਂਕਿ ਆਰਥਿਕ ਵਖਰੇਵੇਂ ਦੇਸ਼ ਦੇ ਵਿੱਚ ਇੰਨੇ ਨੇ ਵੀ ਉਹਨਾਂ ਨੂੰ ਇਹ ਰੈਜ਼ਰਵੇਸ਼ਨ ਦੀ ਇੱਕ ਤਰ੍ਹਾਂ ਕਹਿ ਲਓ ਵੀ ਲੋਲੀਪੌਪ ਦਿਖਾ ਕੇ ਇਹ ਜਿਹੜਾ ਹਕੂਮਤ ਕਰਦੇ ਆ ਰਹੇ ਆ ਇਹ ਲੋਕ। ਸੋ ਜਿਹੜੀ ਜਾਤੀ ਵੰਡ ਆ, ਇਹੋ ਜਿਹੇ ਜਾਤੀ ਏਜੰਡੇ ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਨੂੰ ਹਾਕਮ ਬਣੇ ਰਹਿਣ ਦਾ ਜੀ, MLA MP ਬਣੇ ਰਹਿਣ ਦਾ ਕੋਈ ਹੱਕ ਨਹੀਂ ਗਾ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।